ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਇਉਂ ਸੁਨ ਹਰਖ ਉਠਿਓ ਮਰਦਾਨਾ, ਉਚਰਿਓ ਸ਼੍ਰੀ ਨਾਨਕ ਕਲਿਆਣਾ। पिता पिता में पर पुन पर को, वर्णन नाम करे जग गुर के। वाहिगुरु जी का खालसा, वाहिगुरु जी की फतेह। परम सत्कार जोग साजी नवाजी गुरु स्वरूप गुरु खालसा गुर संगत जीओ। बहुत ही वड्डियां भागां वाले हाँ जो कि जुगो जुग अटल साहिब सतगुरु श्री गुरु ग्रंथ साहिब जी महाराज तिन्हां दी पावन हजूरी दे अंदर जुड़ बैठ के गुर संगत दे लाहे प्राप्त कर रहे हाँ। पिछले पहर दे दीवान सजाए गए साहिब सतगुरु गुरु नानक देव सच्चे पातशाह महाराज जी का पावन पवित्र गुर इतिहास आप बड़ी शरधा दे नाल बड़ी भावना दे नाल सिंह साहब ज्ञानी प्रतपाल सिंह जी होना तो पिछे श्रवण करते आ रहे हो। धन गुरु नानक देव सच्चे पातशाह महाराज जी की सुगाई हुई उपरंत पिता कालू जी सगाई तो उपरंत वापस आए है। नाल भाई मरदाना जी है। भाई मरदाना जी श्री गुरु नानक देव साहब सच्चे पातशाह महाराज जी दे कोले वधाइयां देण वास्ते आए। महाराज जी नूं कहंदे आ सच्चे पातशाह जजमान वधाई होवे आप जी दी सगाई हुई है। सच्चे पातशाह महाराज तो दात मंगदा है, महाराज कृपा करो तुसी साडे जजमान हो खैर पाओ। सच्चे पातशाह महाराज हुण कीर्तन दी दात दी खैर भाई मरदाना जी नूं दित्ती है। अज भाई मरदाना जी सचखंड भी गमन कीते सन। अज दे दिन 1534 दे विच खुरमे नगर दे विच साहिब सतगुरु गुरु नानक देव सच्चे पातशाह महाराज ने अपने पाक हस्त कमल दे नाल भाई मरदाना जी दे शरीर दा संस्कार कीता सी। आओ साहिब सतगुरु गुरु नानक देव महाराज जी दे पवित्र चरनां दे विच ध्यान धरिए। अगली कथा गुरु नानक साहिब सच्चे पातशाह महाराज दी श्रवण करो। जिवें भाई मरदाना जी दे उपर दीन दयाल सतगुरु जी कृपा करदे है। सारे ही हाजरियां लवाओ, सुरतियां गुरु नानक देव साहब सच्चे पातशाह महाराज जी दे चरनां दे विच जोड़ो। आखो जी सतनाम श्री वाहिगुरु साहिब जी, सतनाम श्री वाहिगुरु साहिब जी। चौपई इउं सुन हरख उठियो मरदाना। जिस वक्त गुरु नानक देव साहब सच्चे पातशाह महाराज ने भाई मरदाना जी नूं आख्या कि पर भाई मरदाना जी असीं तुहानूं दाता दिन्ने आ, उस वक्त सुन करके बड़ा खुश होया। उचरियो श्री नानक कल्याणा। महाराज दी सारी कल्याण भाव की है जिन्नी वंश सी महाराज दी वडियाई करन लग्या। पिता पिता में पर
ਪੁੰਨ ਪਰ ਕੇ। ਅਤੇ ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਕਾਲੂ ਜੀ ਦੀ ਵਡਿਆਈ ਕੀਤੀ, ਪਿਤਾਮੇ ਦਾਦੇ ਦੀ, ਪੜਦਾਦੇ ਦੀ, ਲੱਕੜ ਦਾਦੇ ਦੀ ਵਡਿਆਈ ਕੀਤੀ ਹੈ। ਵਰਣਨ ਕਰੇ ਜਗ ਗੁਰ ਕੇ। ਜਗਤ ਦੇ ਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿੰਨੀ ਵੀ ਵੰਸ਼ਾਵਲੀ ਹੈ ਸਾਰਿਆਂ ਦੀ ਨਾਮ ਲੈਂਦਾ ਹੈ, ਸੋਭਾ ਕਰਦਾ ਹੈ। ਮਹਾਰਾਜ ਧਨਤਾ ਦੇ ਜੋਗ ਧੰਨ ਸਨ ਮਹਾਰਾਜ ਆਪ ਜੀ ਦੇ ਪਿਤਾ, ਧੰਨ ਆਪ ਜੀ ਦੇ ਦਾਦੇ, ਪੜਕੜ ਦਾਦੇ ਧੰਨ ਸਨ। ਸ਼ੁਭ ਗੁਣ ਸੰਗ ਕੀਨ ਪ੍ਰਸੰਸਾ। ਉਸ ਵਕਤ ਕਵੀ ਰਾਜ ਕਹਿੰਦੇ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ੁਭ ਗੁਣਾਂ ਦੇ ਸਹਿਤ, ਸ਼ੁਭ ਗੁਣ ਭਾਵ ਕੇ ਗੁਰੂ ਨਾਨਕ ਦੇਵ ਮਹਾਰਾਜ ਆਪ ਜੀ ਵਰਗਾ ਸੰਸਾਰ ਦੇ ਵਿੱਚ ਨਹੀਂ ਹੈ। ਤੁਸੀਂ ਮਹਾਰਾਜ ਦੀਨ ਦਿਆਲ ਹੋ, ਪਤਤ ਪਾਵਨ ਹੋ, ਸੋਭਾ ਕਰਦਾ ਹੈ। ਨਿਪਜਿਓ ਬੇਦੀ ਕੁਲ ਅਵਤੰਸਾ। ਕਹਿੰਦਾ ਮਹਾਰਾਜ ਤੁਸੀਂ ਬੇਦੀਆਂ ਦੇ ਕੁਲ ਦੇ ਅਵਤੰਸ ਹੋ, ਭਾਵ ਕੇ ਤੁਜਾ ਰੂਪ ਹੋ। ਆਜ ਬੇਦੀ ਕੁਲ ਦੇ ਵਿੱਚ ਪੈਦਾ ਹੋਇਓ, ਭਾਵ ਕਿ ਜਿਸ ਨਾਮ ਕਰਕੇ ਬੇਦੀ ਕੁਲ ਜਾਣੀ ਜਾਵੇ। ਜਗਤ ਦੇ ਅੰਦਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਰਕੇ ਬੇਦੀ ਕੁਲ ਜਾਣੀ ਜਾਂਦੀ ਹੈ। ਮਹਾਰਾਜ ਆਪ ਬੇਦੀ ਕੁਲ ਦੇ ਵਿੱਚ ਪੈਦਾ ਹੋਇਓ, ਅਵਤਾਰ ਧਾਰਿਆ। ਦੀਪਕ ਕਾਲੂ ਸਦਨ ਸਪੂਤਾ। ਅਤੇ ਪਿਤਲੂ ਜੀ ਦੇ ਘਰ ਸਪੂਤਾ ਸਪੁੱਤਰ ਪੈਦਾ ਹੋਇਓ, ਪੈਦਾ ਹੋ ਕਰਕੇ ਅਵਤਾਰ ਧਾਰ ਕੇ ਮਹਾਰਾਜ ਆਪ ਜੀ ਨੇ ਦੀਨ ਦਿਆਲ ਸਤਿਗੁਰੂ ਜੀ ਪਿਤਾ ਕਾਲੂ ਜੀ ਦਾ ਘਰ ਦੀਪਕ ਕਰ ਦਿੱਤਾ, ਪ੍ਰਕਾਸ਼ ਕਰ ਦਿੱਤਾ। ਪਿਕ ਉਦਾਰ ਲੱਜਤ ਪੁਰਹੂਤਾ। ਅਤੇ ਮਹਾਰਾਜ ਆਪ ਜੀ ਦਾ ਪ੍ਰਤਾਪ ਦੇਖ ਕਰਕੇ ਮਹਾਰਾਜ ਪਰਹੂਤਾ ਭਾਵ ਇੰਦਰ ਵੀ ਲੱਜਾ ਦੇ ਸਹਿਤ ਹੋ ਜਾਂਦਾ ਹੈ, ਲੱਜਾ ਕਰਦਾ ਹੈ, ਸ਼ਰਮ ਆਉਂਦੀ ਹੈ ਇੰਦਰ ਨੂੰ ਵੀ। ਤੈ ਛਿਨ ਪੰਕਜ ਲੋਚਨ ਚਾਰੂ। ਅਤੇ ਮਹਾਰਾਜ ਆਪ ਜੀ ਦੇ ਜਿਹੜੇ ਲੋਚਨ ਨੇ, ਆਪ ਜੀ ਦੇ ਜਿਹੜੇ ਨੇਤਰ ਨੇ ਬੜੇ ਸੁੰਦਰ ਹਨ। ਗਰ ਤੇ ਜਾਮਾ ਦੀਨ ਉਤਾਰੂ। ਉਸ ਵਕਤ ਸੁੰਦਰ ਨੇਤਰਾਂ ਵਾਲੇ, ਕਮਲ ਨੇਤਰਾਂ ਵਾਲੇ ਧੰਨ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਖੁਸ਼ ਹੋਏ ਹੈ ਭਾਈ ਮਰਦਾਨਾ ਜੀ ਦੇ ਉੱਪਰ। ਖੁਸ਼ ਹੋ ਕਰਕੇ ਆਪਣੇ ਗਲ ਤੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜਾ ਜਾਮਾ ਪਹਿਨਿਆ ਹੋਇਆ ਸੀ, ਚੋਲਾ ਪਹਿਨਿਆ ਹੋਇਆ ਸੀ, ਲਾਇਆ ਹੈ। ਕੀਤਕ ਦਰਬ ਦੇਤ ਪੇ ਸੰਗਾ। ਨਾਲ ਭਾਈ ਮਰਦਾਨਾ ਜੀ ਨੂੰ ਚੋਲਾ ਭੇਟ ਕਰ ਦਿੱਤਾ ਮਹਾਰਾਜ, ਤੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਧਨ ਵੀ ਦਿੱਤਾ ਹੈ, ਬਖਸ਼ਿਸ਼ਾਂ ਕੀਤੀਆਂ ਹਨ। ਲੀਏ ਮਰਦਾਨੇ ਸੰਗ ਉਮੰਗਾ। ਭਾਈ ਮਰਦਾਨਾ ਜੀ ਤਾਂ ਪਹਿਲਾਂ ਹੀ ਮੰਗਿਆ ਸੀ ਮਹਾਰਾਜ ਕਿਰਪਾ ਕਰੋ ਕੁਝ ਦਿਓ, ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਧਨ ਦੇ ਦਿੱਤਾ, ਚੋਲਾ ਦੇ ਦਿੱਤਾ, ਬਖਸ਼ਿਸ਼ਾਂ ਕੀਤੀਆਂ, ਲੈ ਕੇ ਬੜਾ ਖੁਸ਼ ਹੋਇਆ। ਪਹਿਰ ਅੰਗ ਹਿਰਦੇ ਸੁਖ ਪਾਈ। ਉਸ ਵਕਤ ਮਹਾਰਾਜ ਜੀ ਦੀ ਦਿੱਤੀ ਦਾਤ ਬਖਸ਼ਿਸ਼ ਆਪਣੇ ਅੰਗਾਂ ਦੇ ਨਾਲ ਲਾਈ ਹੈ, ਪਹਿਨਿਆ ਚੋਲਾ। ਉਸ ਵਕਤ ਮਹਾਰਾਜ ਜੀ ਦੀ ਦਿੱਤੀ ਦਾਤ ਅੰਗਾਂ ਦੇ ਨਾਲ ਲਾਈ ਹੈ ਤੇ ਬੜਾ ਖੁਸ਼ ਹੋਇਆ। ਕਹੇ ਬਹੁਰ ਮੁਝ ਦਿਓ ਰਜਾਈ। ਆਖਣ ਲੱਗਾ ਮਹਾਰਾਜ ਬੜਾ ਸਮਾਂ ਹੋ ਗਿਆ, ਕਿਰਪਾ ਕਰੋ ਮੈਨੂੰ ਆਗਿਆ ਦਿਓ ਆਪ। ਜਾਵੋ ਸਦਨ ਨਗਰ ਤਲਵੰਡੀ। ਹੁਣ ਮਹਾਰਾਜ ਮੈਂ ਨਗਰ ਚਲਾ ਜਾਵਾਂ, ਮੇਰੇ ਮਾਤਾ ਪਿਤਾ ਸਾਰੇ ਸਾਕ ਸੰਬੰਧੀ ਡੀਕਦੇ ਐ, ਇਸ ਕਰਕੇ ਹੁਣ ਮੈਂ ਤਲਵੰਡੀ ਨਗਰ ਵਾਪਸ ਚਲਾ ਜਾਵਾਂ। ਤਵ ਪਿਤ ਸੰਗੇ ਹੇ ਦੁਖ ਖੰਡੀ। ਦੁੱਖਾਂ ਦੇ ਖੰਡੀ ਨਾਸਕ ਸਤਿਗੁਰੂ ਜੀ, ਤੁਸੀਂ ਦੁੱਖਾਂ ਦੇ ਖੰਡਣ ਵਾਲੇ ਹੋ, ਕਿਰਪਾ ਕਰੋ ਆਪ ਜੀ ਦੇ ਪਿਤਾ ਪਿਤਾ ਕਾਲੂ ਜੀ ਦੇ ਨਾਲ ਹੀ ਮੈਂ ਜਾਵਾਂ। ਬੋਲੇ ਸ਼੍ਰੀ ਨਾਨਕ ਸੁਖ ਰਾਸੀ। ਅਤੇ ਸੁੱਖਾਂ ਦੀ ਰਾਸ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਬਚਨ ਆਖੇ। ਤੂੰ ਹੈ ਬੇਦੀ ਬੰਸ ਮੇਰਾ ਸੀ। ਮਹਾਰਾਜ ਕਹਿੰਦੇ ਭਾਈ ਮਰਦਾਨਿਆ ਪਹਿਲਾਂ ਤਾਂ ਤੂੰ ਹੋਰਾਂ ਦਾ ਮਰਾਸੀ ਸੀ, ਪਰ ਹੁਣ ਤੂੰ ਸਾਡੇ ਕੋਲੇ ਆ ਗਿਆ, ਇਸ ਕਰਕੇ ਤੂੰ ਹੁਣ ਬੇਦੀ ਕੁਲ ਦਾ ਮਰਾਸੀ ਹੈ। ਜਾਚਨ ਆਨ ਸਥਾਨ ਨ ਕੀਜੈ। ਅਤੇ ਹੁਣ ਸਾਡੀ ਬਖਸ਼ਿਸ਼ ਤੇਰੇ ਤੇ ਹੋ ਗਈ ਹੈ, ਹੁਣ ਦਰਾਂ ਦਰਾਂ ਤੇ ਭੜਕਦਾ ਨਾ ਫਿਰੀ ਕਿਤੇ।
ਸਾਡੇ ਦਰ ਤੇ ਆ ਗਏ ਆ ਤੇ ਹੁਣ ਸਾਡੇ ਦਰ ਤੋਂ ਹੀ ਮੰਗੀ, ਜੋ ਕੁਝ ਵੀ ਲੋੜ ਹੈ, ਜਿਸ ਚੀਜ਼ ਦੀ ਜਾਚਨਾ ਹੈ ਮੰਗ ਲਵੀਂ। ਲੈ ਇਨ ਤੇ ਸੰਤੋਖ ਤਰੀਜੈ, ਅਤੇ ਸਾਡੇ ਤੋਂ ਲੈ ਕੇ ਫਿਰ ਸੰਤੋਖ ਧਾਰਨ ਕਰੀ। ਜੇ ਤੁਮ ਰਾਖੋਗੇ ਸੁਧ ਮੋਰੀ। ਭਾਈ ਮਰਦਾਨਾ ਜੀ ਆਖਣ ਲੱਗਾ ਸੱਚੇ ਪਾਤਸ਼ਾਹ, ਮਹਾਰਾਜ ਜੇ ਤੁਸੀਂ ਮੇਰੀ ਸੁਧ ਰੱਖੋਗੇ, ਮੇਰੀ ਖਬਰ ਰੱਖੋਗੇ ਕਿ ਭਾਈ ਕੋਈ ਮਰਦਾਨਾ ਵੀ ਹੈ। ਅਨਤ ਅਗਰ ਕਿਉਂ ਜਾਉ ਬਹੋਰੀ। ਮਹਾਰਾਜ ਮੰਗਣ ਵਾਸਤੇ ਤਾਂ ਜਾਨਾ, ਜੇ ਪੇਟ ਭੁੱਖਾ ਹੁੰਦਾ ਫੇਰ ਹੀ ਕਿਸੇ ਦਰ ਤੇ ਜਾ ਕੇ ਮੰਗਦਾ, ਤੇ ਜਦੋਂ ਸੱਚੇ ਪਾਤਸ਼ਾਹ ਮੇਰੀਆਂ ਤੁਸੀਂ ਮੰਗਾਂ ਪੂਰੀਆਂ ਕਰ ਦਵੋਗੇ, ਮੈਂ ਹੋਰ ਦਰ ਤੇ ਕਿਉਂ ਜਾਵਾਂਗਾ। ਅਸਨ ਬਸਨ ਕੋ ਲੋਭ ਅਮੋਰਾ। ਮਹਾਰਾਜ ਮੇਰਾ ਤਾਂ ਲੋਭ ਮਨ ਹੋਇਆ ਪਿਆ, ਮਨ ਲੋਭੀ ਹੋਇਆ ਪਿਆ। ਅਸਨ ਬਸਨ ਕੋ, ਬਸਤਰ ਦਾ, ਕਿ ਮੈਨੂੰ ਵਸਤਰ ਮਿਲ ਜਾਣ, ਧਨ ਦੌਲਤ ਮਿਲੇ, ਖਾਣ ਨੂੰ ਮਿਲੇ, ਇਸ ਕਰਕੇ ਮਨ ਲੋਭੀ ਹੈ। ਸੋ ਕਰਵਾਵੇ ਕਰ ਨਿਜ ਜੋਰਾ। ਅਤੇ ਮਹਾਰਾਜ ਕਿਰਪਾ ਕੀਤੀ ਹੈ। ਅਸਨ ਬਸਨ ਕੋ ਲੋਭ ਅਮੋਰਾ, ਸੋ ਕਰਵਾਵਹਿ ਕਿਉ। ਜਿਹੜਾ ਮਹਾਰਾਜ ਲੋਭ ਹੈ ਨਾ, ਇਹੀ ਇੰਨਾ ਕੁਝ ਕਰਾਉਂਦਾ ਹੈ। ਮਹਾਰਾਜ ਲੋਭ ਕਰਕੇ ਹੀ ਅਸੀਂ ਤੁਰੇ ਫਿਰਦੇ ਆਂ, ਜੇ ਲੋਭ ਨਾ ਹੋਵੇ ਕਿਉਂ ਮੰਗਣ ਜਾਈਏ। ਦੋਹਰਾ ਸੁਨ ਮਰਦਾਨੇ ਲੈ ਸਦਾ, ਸਭ ਕੀ ਸੁਧ ਕਰਤਾਰ। ਧੰਨ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ, ਭਾਈ ਮਰਦਾਨਾ ਜੀ ਖਬਰ ਨਿਰੰਕਾਰ ਅਕਾਲ ਪੁਰਖ ਪਰਮਾਤਮਾ ਸਾਰਿਆਂ ਦੀ ਹੀ ਲੈਂਦਾ ਹੈ। ਦੇਹ ਬਣੀ ਪਛਾਤ ਹੈ, ਪੂਰਬ ਬਨਾ ਆਹਾਰ। ਮਹਾਰਾਜ ਕਹਿੰਦੇ ਭਾਈ ਮਰਦਾਨਿਆਂ ਸਾਡੀ ਗੱਲ ਧਿਆਨ ਦੇ ਵਿੱਚ ਰੱਖ ਲੈ ਕਿ ਜਿਹੜਾ ਸਰੀਰ ਹੈ ਇਹ ਬਾਅਦ ਦੇ ਵਿੱਚ ਬਣਿਆ, ਪਹਿਲਾਂ ਪਰਮਾਤਮਾ ਨੇ ਆਹਾਰ ਭੇਜਿਆ, ਭਾਵ ਭੋਜਨ ਛਕਣ ਵਾਸਤੇ ਭੇਜਿਆ। ਚੌਪਈ ਮਿਲ ਕਾਲੂ ਤਨੀਆਂ ਜਮਾਤਾ। ਅਤੇ ਪਿਤਾ ਕਾਲੂ ਜੀ ਆਪਣੀ ਤਨੀਆਂ ਪੁੱਤਰੀ ਨਾਨਕੀ ਅਤੇ ਜਮਾਤਾ ਜੈ ਰਾਮ ਜੀ ਦੇ ਨਾਲ ਮਿਲੇ। ਉਹਨੇ ਆਪਨ ਆਵਾਹਿਤ ਤਾਤਾ। ਅਤੇ ਹਿਤ ਤਾਤਾ ਆਪ ਆਪਣੇ ਬੜੇ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ ਪੁੱਤਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਪਿਤਾ ਜੀ ਆਏ ਐ। ਵੈਸੇ ਨਿਕਟ ਏਕ ਪ੍ਰਿਯੰਕਾ। ਅਤੇ ਆ ਕਰਕੇ ਇੱਕੋ ਹੀ ਪਲੰਗ ਤੇ ਜਿੱਥੇ ਗੁਰੂ ਨਾਨਕ ਦੇਵ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਜੇ ਹੋਏ ਐ, ਉਥੇ ਫਿਰ ਆ ਕਰਕੇ ਪਿਤਾ ਕਾਲੂ ਜੀ ਵੀ ਇੱਕੋ ਪਲੰਗ ਤੇ ਸਜੇ ਹਨ। ਦੇਖੇ ਸੁਤ ਕੋ ਬਦਨ ਮਿਅੰਕਾ। ਅਤੇ ਗਰੀਬ ਨਵਾਜ ਮਰਿਅੰਕਾ, ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਚੰਦਰਵਾ ਵਰਗਾ ਮੁਖ, ਸੋਹਣਾ ਕਮਲ ਵਰਗਾ ਮੁਖ ਮਹਾਰਾਜ ਜੀ ਦਾ ਦੇਖਿਆ। ਅਧਿਕ ਨੇਹ ਕਰ ਸਿਖਵਨ ਦਈ। ਅਤੇ ਬਹੁਤ ਨੇਹ ਕਰਕੇ, ਪਿਆਰ ਕਰਕੇ ਸਿਖਵਣ ਦਈ, ਸਿੱਖਿਆ ਦਿੱਤੀ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ। ਇਕੱਠੋ ਦਰਬ ਕਰਨ ਕੀਜੇ। ਕਿ ਕਿਵੇਂ ਧਨ ਇਕੱਠਾ ਕੀਤਾ ਜਾ ਸਕਦਾ ਹੈ, ਮਾਇਆ ਇਕੱਠੀ ਕਿਵੇਂ ਕੀਤੀ ਜਾ ਸਕਦੀ ਹੈ, ਇਹ ਸਿੱਖਿਆ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦੇਣ ਲੱਗੇ ਐ। ਖਰਚ ਵਿਆਹ ਕੋ ਕਰੋ ਤਿਆਰੀ। ਅਤੇ ਆਖਣ ਲੱਗੇ ਪਿਤਾ ਕਾਲੂ ਜੀ ਕੇ ਪੁੱਤਰ ਹੁਣ ਵਿਆਹ ਦੀ ਤਿਆਰੀ ਕਰਨੀ ਹੈ। ਵਿਆਹ ਦੀ ਤਿਆਰੀ ਕਰਨੀ ਹੈ, ਉਹਦੇ ਤੇ ਖਰਚ ਵੀ ਬੜਾ ਲੱਗੇਗਾ, ਧਨ ਵੀ ਬੜਾ ਲੱਗੇਗਾ, ਇਸ ਕਰਕੇ ਇਹ ਸਿੱਖਿਆ ਦੇਣ ਲੱਗੇ। ਧਨ ਚਾਹੀਤ ਐ ਤਿਸ ਦਿਨ ਭਾਰੀ। ਅਤੇ ਮਹਾਰਾਜ ਨੂੰ ਆਖਣ ਲੱਗੇ ਪਿਤਾ ਜੀ ਕਿ ਉਸ ਵਕਤ ਕਹਿੰਦੇ ਧਨ ਬੜਾ ਚਾਹੀਦਾ ਹੈ, ਮਾਇਆ ਬੜੀ ਚਾਹੀਦੀ ਹੈ। ਹੁਣ ਮਾਇਆ ਜੋੜੇਗਾ ਤਾਂ ਹੀ ਆਪਣਾ ਵਿਆਹ ਦਾ ਖਰਚਾ ਚੱਲੇਗਾ, ਇਸ ਕਰਕੇ ਹੁਣ ਧਨ ਜੋੜਨ ਦੀ ਥੋੜੀ ਖੇਚਲ ਕਰ। ਅਸ ਪ੍ਰਕਾਰ ਕੀ ਕਹਿ ਬਿਦ ਨਾਨਾ। ਇਸ ਤਰ੍ਹਾਂ ਦੀਆਂ ਗੱਲਾਂ ਬੜੇ ਨਾਨਾ ਤਰੀਕਿਆਂ ਦੇ ਨਾਲ ਪਿਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਖੀਆਂ। ਸੁਣ ਸ਼੍ਰੀ ਨਾਨਕ ਬਾਕ ਬਖਾਨਾ। ਅਤੇ ਧੰਨ ਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸੁਣਿਆ, ਫਿਰ
ਆਖਣ ਲੱਗੇ। ਪੁਰਪਤੀ ਰਾਏ ਬੁਲਾਰ ਉਦਾਰਾ। ਤੇ ਮਹਾਰਾਜ ਕਹਿੰਦੇ ਪਿਤਾ ਜੀ ਛੱਡੋ, ਕਿਹੜੇ ਧਨ ਦੌਲਤ ਦੀਆਂ ਗੱਲਾਂ ਕਰੀ ਜਾਂਦੇ ਹੋ, ਮਾਇਆ ਦੀਆਂ ਗੱਲਾਂ ਕਰੀ ਜਾਂਦੇ ਹੋ, ਜਾਓ ਸਾਡਾ ਬਚਨ ਮੰਨੋ। ਰਾਏ ਭੋਏ ਦੀ ਤਲਵੰਡੀ ਦੇ ਵਿੱਚ ਜਾਓ, ਉੱਥੇ ਸਾਡਾ ਸਿੱਖ ਰਾਏ ਬੁਲਾਰ ਹੈ। 300 ਪਨੀਏ ਆਨੰਦ ਹਮਾਰਾ। ਅਤੇ ਮਹਾਰਾਜ ਕਹਿੰਦੇ ਸਾਡੀ ਰਾਜੀ ਖੁਸ਼ੀ ਉਹਨਾਂ ਨੂੰ ਜਾ ਕੇ ਦੱਸੋ, ਸਾਡੀ ਖੁਸ਼ੀ ਰਾਜੀ ਜੋ ਕੁਝ ਹੈ ਮਹਾਰਾਜ ਕਹਿੰਦੇ ਜਾ ਕੇ ਤੁਸੀਂ ਦੱਸੋ ਉਹਨਾਂ ਨੂੰ। ਪ੍ਰਿਆ ਸੁਤ ਤੇ ਪ੍ਰਿਆ ਬਚ ਸੁਨ ਕਾਨ। ਉਸ ਵਕਤ ਪਿਆਰੇ ਪੁੱਤਰ ਤੋਂ ਪ੍ਰਿਆ ਸੁਤ, ਪਿਆਰੇ ਪੁੱਤਰ ਤੋਂ ਪਿਆਰੇ ਬਚਨ ਸੁਣ ਕਰਕੇ ਪਿਤਾ ਕਾਲੂ ਜੀ ਨੇ ਤਲਵੰਡੀ ਪੁਨ ਕੀਨ ਪਿਆਨਾ। ਅਤੇ ਰਾਏ ਭੋਏ ਦੀ ਤਲਵੰਡੀ ਜਨਮ ਸਥਾਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਧਰ ਰਾਏ ਭੋਏ ਦੀ ਤਲਵੰਡੀ ਦੇ ਵੱਲ ਪਿਆਨਾ ਕੀਤਾ ਚੱਲੇ ਹਨ। ਤਜ ਕਰ ਕ੍ਰਮ ਕ੍ਰਮ ਸੋ ਮਗ ਸਗਰਾ। ਅਤੇ ਹੌਲੀ ਹੌਲੀ ਚਲਦਿਆਂ ਕਹਿੰਦੇ ਕ੍ਰਮ ਕ੍ਰਮ ਚਲਦਿਆਂ ਚਲਦਿਆਂ ਸਾਰਾ ਰਸਤਾ ਛੱਡ ਦਿੱਤਾ, ਚਲੇ ਗਏ ਐ। ਜਾਏ ਪ੍ਰਵੇਸ਼ੇ ਸੁਖ ਸੋ ਨਗਰਾ। ਅਤੇ ਨਗਰ ਦੇ ਵਿੱਚ ਰਾਏ ਭੋਏ ਤਲਵੰਡੀ ਨਗਰ ਦੇ ਵਿੱਚ ਪਿਤਾ ਕਾਲੂ ਜੀ ਪ੍ਰਵੇਸ਼ ਹੋਏ। ਕੁਸ਼ਲ ਸੰਦੇਸ਼ ਸੁਨੇ ਸਭ ਰਾਉ। ਅਤੇ ਰਾਏ ਬੁਲਾਰ ਨੇ ਉਸ ਵਕਤ ਸਾਰਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹਾਲ ਚਾਲ ਪੁੱਛਿਆ ਕਿ ਦੱਸੋ ਗੁਰੂ ਨਾਨਕ ਦੇਵ ਜਗਤ ਗੁਰੂ ਕਿੱਦਾਂ ਨੇ, ਕਿਸ ਤਰ੍ਹਾਂ ਨੇ, ਸਾਰਾ ਹਾਲ ਚਾਲ ਜਿਹੜਾ ਹੈ ਪੁੱਛਿਆ ਹੈ। ਪੁਲ ਕਾਵਲ ਪਾ ਮ੍ਰਿਦਲ ਸੁਭਾਉ। ਅਤੇ ਭਾਈ ਰਾਏ ਬੁਲਾਰ ਦਾ ਗੁਰੂ ਨਾਨਕ ਦੇਵ ਜਗਤ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਸੋਭਾ ਸੁਣ ਕਰਕੇ ਕਹਿੰਦੇ ਪੁੱਦ ਕਾਵਲ ਗਦ ਗਦ ਹੋ ਗਿਆ, ਗਲਾ ਨਾ ਗਦ ਗਦ ਹੋ ਗਿਆ। ਪ੍ਰੇਮ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਗਦ ਗਦ ਹੋਇਆ ਗਲਾ, ਬੜਾ ਹੀ ਮਿੱਠਾ ਸੁਭਾਅ ਹੈ। ਧਰ ਕਰ ਉਰ ਮੈਂ ਮੂਰਤ ਧਿਆਨਾ। ਤੇ ਧੰਨ ਗੁਰੂ ਗੁਰੂ ਨਾਨਕ ਦੇਵ ਜਗਤ ਗੁਰੂ ਦਾ ਧਿਆਨ ਧਾਰ ਲਿਆ ਹਿਰਦੇ ਅੰਦਰ ਕਿ ਮੇਰੇ ਕੋਲੇ ਹੀ ਬੈਠੇ ਹੋਏ ਆ, ਦੂਰ ਨਹੀਂ ਹੈ। ਇੰਨਾ ਰਾਏ ਬੁਲਾਰ ਪ੍ਰੇਮ ਕਰਦਾ ਸੀ ਮਹਾਰਾਜ ਦੇ ਨਾਲ। ਕਹਿੰਦੇ ਐ ਉਸ ਵਕਤ ਜਿਵੇਂ ਜਿਵੇਂ ਪਿਤਾ ਕਾਲੂ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਗੱਲਾਂ ਦੱਸਦੇ ਐ, ਰਾਜੀ ਖੁਸ਼ੀ ਦੱਸਦੇ ਐ, ਤੇ ਰਾਏ ਬੁਲਾਰ ਨੇ ਧਿਆਨ ਗੁਰੂ ਨਾਨਕ ਦੇਵ ਮਹਾਰਾਜ ਦਾ ਧਾਰਿਆ। ਬੰਦੇ ਪਦ ਜਨ ਨਿਜ ਟਿਗ ਜਾਨਾ। ਅਤੇ ਨਾਲੇ ਕਹਿੰਦੇ ਬੰਦ ਹੈ, ਦੋਨੇ ਹੱਥ ਜੋੜੇ ਹੋਏ ਐ, ਪਦ ਚਰਨ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰਿਆ ਹੈ, ਦੋਨੇ ਹੱਥ ਜੋੜੇ ਆ, ਮਾਨੋ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜਗਤ ਗੁਰੂ ਕੋਲੇ ਹੀ ਸਜੇ ਹੋਣ, ਕੋਲੇ ਹੀ ਬੈਠੇ ਹੋਣ। ਇਸ ਤਰ੍ਹਾਂ ਕਹਿੰਦੇ ਐ ਨਿਜ ਢਿਗ ਜਾਨਾ, ਆਪਣੇ ਕੋਲੇ ਹੀ ਮਹਾਰਾਜ ਨੂੰ ਜਾਣਿਆ। ਜਥਾ ਬਾਰਤਾ ਪਈ ਸਗਾਈ। ਤੇ ਕਵੀ ਜੀ ਲਿਖਦੇ ਆ ਹੁਣ ਕਹਿੰਦੇ ਐ ਗੋ ਸਤ ਸੰਗੀ ਜਨੋ ਗੁਰ ਸੰਗਤ ਜੀ, ਜਿਵੇਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਸਗਾਈ ਦੀ ਜਿਹੜੀ ਕਥਾ ਹੋਈ ਸੀ, ਤਥਾ ਚੁਪਈ ਮਾਜ ਬਣਾਈ। ਉਹ ਸਾਰੀ ਮੈਂ ਵਾਰਤਾ ਕਥਾ ਚੌਪਈ ਦੇ ਵਿੱਚ ਬਣਾ ਸਵਾਰ ਕੇ ਲਿਖ ਦਿੱਤੀ ਹੈ। ਕਿਉ ਧਿਆਏ ਪੂਰਨ ਸੁਖ ਪੂਰਾ। ਅਤੇ ਕਹਿੰਦੇ ਇਹ ਜਿਹੜਾ ਧਿਆਏ ਹੁਣ ਕਵੀ ਜੀ ਕਹਿੰਦੇ ਪੂਰਾ ਹੋ ਚੁੱਕਾ ਹੈ। ਭਜ ਸੰਤੋਖ ਸਿੰਘ ਗੁਰ ਪਗ ਰੂਰਾ। ਹੁਣ ਕਵੀ ਜੀ ਗੁਰੂ ਨਾਨਕ ਦੇਵ ਸਾਹਿਬ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰਦੇ ਆ। ਕਹਿੰਦੇ ਐ ਕਵੀ ਹੁਣ ਤੂੰ ਵੀ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਭਜਨਾ ਕਰ, ਸਿਮਰਨਾ ਕਰ। ਦੋਹਰਾ ਸ਼੍ਰੀ ਸਤਿਗੁਰੂ ਸਹਾਏ ਮਮ, ਸਿਮਰ ਸਿਮਰ ਸੁਖ ਪਾਏ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਦਾ ਮੰਗਲ ਕਰਦੇ ਹੋਏ ਲਿਖਦੇ ਐ। ਕਹਿੰਦੇ ਐਸੇ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮੇਰੇ ਹਮੇਸ਼ਾ ਸਹਾਏ ਸਹਾਇਤਾ ਕਰਨ ਵਾਲੇ ਐ। ਸਿਮਰ ਸਿਮਰ ਸੁਖ ਪਾਏ ਕਿ ਮੈਂ ਸਤਿਗੁਰੂ ਜੀ ਨੂੰ ਸਿਮਰ ਕੇ ਹਮੇਸ਼ਾ ਸੁਖ ਪਾਉਣਾ ਹੈ। ਦਾਰਿਦ ਕਲ ਮਲ ਮਲ ਦਲਿਨ, ਜੈ ਜੈ ਸ਼੍ਰੀ ਹਰਿ ਰਾਏ।
ਫਤਿਹ। ਸ਼੍ਰੀ ਹਰਿ ਰਾਏ ਸਾਹਿਬ ਸਤਿਗੁਰੂ ਜੀ ਨੂੰ ਸਿਮਰ ਕਰਕੇ ਕਹਿੰਦੇ ਜਿਹੜੀ ਦਾਰਿਦ ਦਰਿਦਰੀ ਹੈ, ਗਰੀਬੀ ਹੈ, ਕਲਮਲ ਪਾਪ ਹਨ, ਸਾਰੇ ਹੀ ਮਲ ਦਲਨ ਵਾਲੇ ਸਤਿਗੁਰੂ ਹਨ। ਅਤੇ ਐਸੇ ਸਤਿਗੁਰੂ ਗਰੀਬ ਨਵਾਜ ਜੀ ਦੀ ਹਮੇਸ਼ਾ ਜੈ ਹੈ, ਜੈ ਹੈ, ਜੈ ਜੈਕਾਰ ਹੈ। ਸ਼੍ਰੀ ਬਾਲਾ ਸੰਧੂ ਵਾਚ ਚੌਪਈ ਸੁਨ ਸ਼੍ਰੀ ਅੰਗਦ ਕਰੁਣਾ ਖਾਨੀ। ਸ੍ਰੀ ਸ਼੍ਰੋਮਣੀ ਬਾਲਾ ਸੰਧੂ ਗੋਤ ਦੇ ਉਵਾਚ ਕਥਨ ਕਰਦੇ ਐ, ਕਹਿੰਦੇ ਐ ਕਿ ਸੁਨ ਸ੍ਰੀ ਅੰਗਦ ਕਰੁਣਾ ਖਾਨੀ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਕਿਰਪਾ ਦੀ ਖਾਨ ਹੋ। ਗੁਰ ਨਾਨਕ ਕੀ ਕਥਾ ਮਹਾਨੀ। ਕਿ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜਿਹੜੀ ਮਹਾਨ ਕਥਾ, ਇਸ ਉਤਸ਼ਾਹ ਪਏ ਤੇ ਪਾਛੇ। ਮਹਾਰਾਜ ਜਦੋਂ ਉਤਸ਼ਾਹ ਹੋਇਆ, ਭਾਵ ਸਗਾਈ ਦਾ ਸਮਾਂ ਹੋਇਆ, ਉਸ ਤੋਂ ਬਾਅਦ ਮੋਦੀ ਕਾਰ ਚਲਾਵੇ ਆਛੇ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਮੋਦੀ ਦੀ ਕਾਰ ਬੜੀ ਚੰਗੀ ਚਲਾਉਂਦੇ ਐ। ਆਏ ਛੁਦਾ ਤੁਰ ਦੇ ਤੈ ਅਸਨ। ਅਤੇ ਮਹਾਰਾਜ ਜਦੋਂ ਕੋਈ ਉਹਨਾਂ ਦੇ ਕੋਲੇ ਸ਼ੁਦਾਤੁਰ ਭਾਵ ਲੋੜਵੰਦ ਆਉਂਦਾ ਹੈ, ਭੁੱਖਾ ਆਉਂਦਾ ਹੈ, ਉਸ ਨੂੰ ਮਹਾਰਾਜ ਜੀ ਖਾਣ ਨੂੰ ਦਿੰਦੇ ਐ। ਬਸਨ ਬਹੀਨ ਲਖੇ ਦੇ ਬਸਨਾ। ਅਤੇ ਮਹਾਰਾਜ ਦੇ ਕੋਲੇ ਕੋਈ ਨਗਨ ਆ ਜਾਂਦਾ ਹੈ, ਕੱਪੜੇ ਤੋਂ ਹੀਣਾ ਆ ਜਾਂਦਾ ਹੈ, ਤੇ ਸੱਚੇ ਪਾਤਸ਼ਾਹ ਉਹਨੂੰ ਵਸਤਰ ਦੇ ਦਿੰਦੇ ਐ। ਜਾਚ ਨ ਕੋ ਗਮਨਿਓ ਛੂਛਾ। ਅਤੇ ਕਹਿੰਦੇ ਜਿਹੜਾ ਵੀ ਜਾਚਨ ਭਾਵ ਇੱਛਾ ਧਾਰ ਕੇ ਆ ਗਿਆ, ਮੰਗਣ ਵਾਸਤੇ ਮਹਾਰਾਜ ਦੇ ਕੋਲੇ ਆ ਗਿਆ, ਤੇ ਸੱਚੇ ਪਾਤਸ਼ਾਹ ਨੇ ਕਦੇ ਵੀ ਛੂਛਾ ਭਾਵ ਖਾਲੀ ਨਹੀਂ ਸੀ ਮੋੜਿਆ। ਆਏ ਵਿਦੇਸ਼ੀ ਆਪਨ ਪੁੱਛਾ। ਅਤੇ ਜਿਹੜੇ ਵਿਦੇਸ਼ੀ ਸੀ ਐਸੀ ਜੈ ਜੈਕਾਰ ਜਗਤ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਸੀ ਕਿ ਵਿਦੇਸ਼ੀ ਵੀ ਆ ਕੇ ਪੁੱਛਦੇ ਸੀ ਕਿ ਇੱਥੇ ਕੋਈ ਨਾਨਕ ਮੋਦੀ ਰਹਿੰਦਾ ਹੈ। ਇੰਨੀ ਜੈ ਜੈਕਾਰ ਮਹਾਰਾਜ ਦੀ ਕਿ ਵਿਦੇਸ਼ੀ ਵੀ ਆ ਕੇ ਮਹਾਰਾਜ ਜੀ ਦੀ ਬਾਬਤ ਪੁੱਛਦੇ ਐ। ਵੱਡੀ ਭੋਰ ਤੇ ਦੇਵਨ ਲਾਗੇ। ਅਤੇ ਮਹਾਰਾਜ ਜਦੋਂ ਭੋਰ ਹੋ ਜਾਂਦੀ, ਵੱਡੀ ਭੋਰ, ਅੰਮ੍ਰਿਤ ਵੇਲੇ ਹੀ ਧਨ ਦੌਲਤ ਮਾਇਆ ਲੰਗਰ ਮਹਾਰਾਜ ਵਰਤਾਉਣ ਲੱਗ ਜਾਂਦੇ। ਜਾਮ ਨਿਸਾਲੋ ਛੂਛ ਨ ਤਿਆਗੇ। ਕਹਿੰਦੇ ਜਦੋਂ ਜਾਮ ਹੋ ਜਾਂਦੀ, ਭਾਵ ਕੀ ਹੈ ਕਿ 6 ਵਜੇ ਤੋਂ ਬਾਅਦ 9 ਵਜੇ ਆ ਪਹਿਰ ਰਾਤ, 9 ਵਜੇ ਤੱਕ ਸੱਚੇ ਪਾਤਸ਼ਾਹ ਮਹਾਰਾਜ ਜੀ ਧਨ ਦੌਲਤ ਮਾਇਆ ਐਸੀ ਕਾਰ ਸੇਵਾ ਕਰਦੇ ਹੋਏ ਹਟਦੇ ਨਹੀਂ ਸਨ। ਦੌਲਤ ਖਾਨ ਸਪੂਰਨ ਸੇਨਾ। ਅਤੇ ਇੱਧਰ ਜਿਹੜਾ ਦੌਲਤ ਖਾਨ ਦੀ ਕਹਿੰਦੀ ਸੰਪੂਰਨ ਸੈਨਾ ਸੀ ਨਾ, ਜਿਹੜੀ ਦੌਲਤ ਖਾਨ ਦੇ ਕੋਲੇ ਕੰਮ ਕਰਨ ਵਾਲੇ ਸਨ। ਆਨ ਅਸਨ ਆਪਨ ਤੇ ਲੈਣਾ। ਅਤੇ ਆ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਵੀ ਲੈਂਦੇ ਐ। ਦੇਸ਼ ਵਿਦੇਸ਼ੀ ਜਾਚਕ ਜੇਤੇ। ਅਤੇ ਭਾਈ ਦੇਸਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਿਹੜਾ ਵੀ ਜਾਚਨਾ ਧਾਰ ਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲੇ ਆਉਂਦਾ, ਆਨ ਆਹਾਰ ਲੈ ਸਭ ਤੇਤੇ। ਅਤੇ ਆ ਕੇ ਸੱਚੇ ਪਾਤਸ਼ਾਹ ਮਹਾਰਾਜ ਤੋਂ ਆਹਾਰ ਲੈ ਲੈਂਦੇ, ਪਾ ਲੈਂਦੇ ਆਹਾਰ, ਜੋ ਵੀ ਇੱਛਾ ਕੋਈ ਧਾਰਦਾ। ਰਹੇ ਸਥਾਨ ਪੀਰ ਸੋ ਪੂਰਾ। ਅਤੇ ਜਿਹੜਾ ਸਥਾਨ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਮੋਦੀ ਦੀ ਕਾਰ ਕਰਿਆ ਕਰਦੇ ਸਨ, ਉਹ ਸਥਾਨ, ਉਹ ਜਗ੍ਹਾ, ਉਹ ਦੁਕਾਨ, ਉੱਥੇ ਬੜੀ ਭਾਰੀ ਭੀੜ ਲੱਗੀ ਰਹਿੰਦੀ। ਚਾਰ ਚਫੇਰਿਆਂ ਤੋਂ ਕੋਈ ਲੋੜਵੰਦ, ਕੋਈ ਖਾਣ ਵਾਸਤੇ ਜਿਵੇਂ ਕਿਵੇਂ ਵੀ ਆਉਂਦਾ, ਤੇ ਮਹਾਰਾਜ ਸੱਚੇ ਪਾਤਸ਼ਾਹ ਸਭਨਾਂ ਦੀਆਂ ਇੱਛਾ ਪੂਰੀਆਂ ਕਰਦੇ ਤੇ ਉਹਨਾਂ ਨੂੰ ਝੋਲੀਆਂ ਭਰ ਭਰ ਕੇ ਤੋਰਿਆ ਕਰਦੇ। ਭਨੇ ਅਸੀਸ ਵਦੇ ਸੁਖ ਮੂਰਾ। ਤੇ ਹੁਣ ਜਿਹਨੂੰ ਲੋੜਵੰਦ ਨੂੰ ਭਾਈ ਕੋਈ ਲੋੜ ਪੂਰੀ ਹੋ ਜਾਵੇ, ਉਹ ਅਸੀਸਾਂ ਦਿੰਦਾ ਹੈ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਅਸੀਸਾਂ ਦਿੰਦੇ ਆ ਕਿ ਸੱਚੇ ਪਾਤਸ਼ਾਹ ਨਾਨਕ ਪੀਰ ਤੇਰਾ
ਜਿਹੜਾ ਮੋਦੀ ਖਾਨਾ ਹੈ ਹੋਰ ਵਧੇ, ਧਨ ਦੌਲਤ ਵਾਲਾ ਹੋਵੇ। ਇਸ ਤਰ੍ਹਾਂ ਬੜੀਆਂ ਭਾਰੀ ਅਸੀਸਾਂ ਦਿੰਦੇ ਐ। ਯਾ ਬਿਦ ਦੇਖੇ ਹਿਰਦੇ ਉਦਾਰਾ। ਅਤੇ ਜਦੋਂ ਨਗਰ ਨਿਵਾਸੀਆਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਉਦਾਰਾ ਭਾਵ ਸਖੀ ਦਾਤਾ ਦੇਖਿਆ ਕਿ ਤਾਂ ਬੜਾ ਪੁੰਨ ਦਾਨ ਕਰਦੇ ਐ। ਪੁਰ ਕੇ ਨਰ ਮਿਲ ਕਰੇ ਵਿਚਾਰਾ। ਭਾਈ ਜਦੋਂ ਇੰਨਾ ਧਨ ਦੌਲਤ ਮਾਇਆ ਦਾ ਦਾਨ ਹੋ ਰਿਹਾ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਐਸਾ ਪ੍ਰਭਾਵ ਦੇਖ ਕੇ ਨਗਰ ਨਿਵਾਸੀ ਫਿਰ ਸਾਰੇ ਆਪਸ ਦੇ ਵਿੱਚ ਵਿਚਾਰਾਂ ਕਰਦੇ ਐ। ਨਿਸਬਾ ਸੁਰ ਦੇ ਦਾਨ ਮਹਾਨਾ। ਕੀ ਵਿਚਾਰਾਂ ਕਰਦੇ ਐ ਕਿ ਆ ਨਾਨਕ ਮੋਦੀ ਗੁਰੂ ਨਾਨਕ ਦੇਵ ਮਹਾਰਾਜ ਤਾਂ ਬੜਾ ਮਹਾਨਾ ਬੜਾ ਮਹਾਨ ਦਾਨ ਪੁੰਨ ਕਰਦੇ ਐ। ਵੱਡ ਦਾਨੀ ਹੈ ਭੂਪ ਸਮਾਨਾ। ਕਿ ਨਾਨਕ ਪੀਰ ਤਾਂ ਬੜਾ ਦਾਨੀ ਹੈ, ਇਹ ਤਾਂ ਬੜਾ ਦਾਨੀ ਹੈ। ਕਹਿੰਦੇ ਸਮਾਨ ਦਾਨੀ ਹੈ, ਕਹਿੰਦੇ ਕੋਈ ਜਿਵੇਂ ਰਾਜਾ ਮਹਾਰਾਜਾ ਦਾਨ ਪੁੰਨ ਕਰਦਾ ਹੈ ਐਵੇਂ ਜਾਹਰ ਪੀਰ ਗੁਰੂ ਨਾਨਕ ਦੇ ਮਹਾਰਾਜ ਦਾਨ ਪੁੰਨ ਕਰਦੇ ਐ। ਤੁਰਕਨ ਕੇ ਪੈਸੇ ਬੋ ਖੋਵੇ। ਅਤੇ ਗੱਲਾਂ ਕਰਦੇ ਐ ਕਿ ਆ ਜਿਹੜੇ ਤੁਰਕ ਭਾਵ ਜਿਸ ਤੁਰਕ ਦੀ ਮੋਦੀ ਕਾਰ ਕਰ ਰਿਹਾ ਉਸ ਦੇ ਪੈਸੇ ਧਨ ਦੌਲਤ ਸਾਰੇ ਖਰਾਬ ਕਰੀ ਜਾਂਦਾ ਹੈ। ਰੰਚਕ ਤਰਾਸ ਹਿਰਦੇ ਨੈ ਹੋਵੇ। ਅਤੇ ਥੋੜੇ ਮਾਤਰ ਵੀ ਇਹਦੇ ਹਿਰਦੇ ਅੰਦਰ ਡਰ ਨਹੀਂ ਕਿ ਮੈਨੂੰ ਰਾਜਾ ਕੀ ਆਖੇਗਾ, ਨਵਾਬ ਕੀ ਆਖੇਗਾ। ਜਾਣਤ ਹੈ ਹਮ ਕਾਲ ਕੇ ਆਜੂ। ਅਤੇ ਆਪਸ ਵਿੱਚ ਗੱਲਾਂ ਕਰਦੇ ਆ, ਕਹਿੰਦੇ ਅੱਜ ਜਾਂ ਕੱਲ ਅਸੀਂ ਇੰਨਾ ਕੋਈ ਜਾਣਦੇ ਆ ਕਿ ਅੱਜ ਜਾਂ ਕੱਲ ਦੇ ਵਿੱਚ ਨਾਨਕ ਜਾਵੇ ਹਿਆਂ ਤੇ ਭਾਜੂ। ਕਿ ਨਾਨਕ ਬਹੁਤਾ ਸਮਾਂ ਨਹੀਂ ਕੱਢਦਾ। ਕਹਿੰਦੇ ਜਿੰਨੀ ਇਹ ਕਾਰ ਸੇਵਾ ਚਲਾਈ ਜਾਂਦਾ ਹੈ ਨਾ, ਜਿੰਨਾ ਇਹ ਸੇਵਾ ਦੇ ਵਿੱਚ ਲੱਗਿਆ ਹੋਇਆ ਅੱਜ ਜਾਂ ਕੱਲ ਨੂੰ ਇਸ ਜਗ੍ਹਾ ਤੋਂ ਇਹਨੇ ਭੱਜ ਹੀ ਜਾਣਾ ਹੈ। ਦੋਹਰਾ ਤੁਰਕਨ ਤਸਕਰ ਹੋਏ ਕੈ ਜਾਵੇਂਗੋ ਜਬ ਭਾਜੇ। ਅਤੇ ਆਪਸ ਵਿੱਚ ਨਗਰ ਨਿਵਾਸੀ ਗੱਲਾਂ ਕਰਦੇ ਐ, ਕਹਿੰਦੇ ਤੁਰਕਨ ਕੋ ਤਸਕਰ ਭਾਵ ਤੁਰਕਾਂ ਦਾ ਹੁਣ ਚੋਰ ਹੋ ਕੇ ਭਾਵ ਕੇ ਚੋਰੀ ਕਰਕੇ ਨਾ ਇਹਨੇ ਬਹੁਤਾ ਸਮਾਂ ਨਹੀਂ ਖੜਨਾ, ਇਹਨੇ ਭੱਜ ਹੀ ਜਾਣਾ ਹੈ। ਗਹਿ ਲੇਵੇਂ ਜੈ ਰਾਮ ਕੋ ਜਾਏ ਤਹਾਂ ਕੀ ਲਾਜ। ਹੁਣ ਕਹਿੰਦੇ ਆ ਵਿਚਾਰਾ ਜੈ ਰਾਮ ਫਸ ਜਾਵੇਗਾ, ਕਿਉਂਕਿ ਉਹਨੇ ਤਾਂ ਇੱਥੇ ਹੀ ਰਹਿਣਾ, ਘਰ ਆਉਂਦਾ ਇੱਥੇ ਹੈ, ਪਰਿਵਾਰ ਆਉਂਦਾ ਇੱਥੇ ਹੈ। ਜੈ ਰਾਮ ਫਸ ਜਾਏਗਾ, ਇਹਨੇ ਤਾਂ ਦੌੜ ਜਾਣਾ, ਇਹਨੇ ਤਾਂ ਭੱਜ ਜਾਣਾ, ਇਹਨੇ ਚੋਰ ਹੋ ਜਾਣਾ, ਤਸਕਰ ਬਣ ਕੇ ਦੌੜ ਜਾਣਾ ਹੈ, ਭੱਜ ਜਾਣਾ ਹੈ। ਪਰ ਜੈ ਰਾਮ ਨੂੰ ਤੁਰਕਾਂ ਨੇ ਪਕੜ ਲੈਣਾ ਹੈ। ਚੌਪਈ ਜੇ ਮਤ ਮੰਦ ਹਿਤੂ ਜੈ ਰਾਮਾ। ਅਤੇ ਕਵੀ ਜੀ ਕਹਿੰਦੇ ਭਾਈ ਜਿਹੜੇ ਮਾੜੀ ਮਤ ਵਾਲੇ ਸਨ ਨਾ, ਜਿਨ੍ਹਾਂ ਨੂੰ ਜਗਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਭਾਵ ਦਾ ਨਹੀਂ ਸੀ ਪਤਾ, ਪ੍ਰਤਾਪ ਦਾ ਨਹੀਂ ਸੀ ਪਤਾ, ਉਹ ਜੈ ਰਾਮ ਦੇ ਹਿਤੂ ਹੋ ਕਰਕੇ ਆਏ ਐ, ਭਾਵ ਪ੍ਰੇਮੀ ਹੋ ਕਰਕੇ ਆਏ ਐ। ਮਿਲ ਕਰ ਚਲ ਆਏ ਤੈ ਧਾਮਾ। ਅਤੇ ਮਿਲ ਕਰਕੇ ਸਾਰੇ ਹੀ ਜੈ ਰਾਮ ਦੇ ਘਰ ਦੇ ਵਿੱਚ ਆਏ। ਬੋਲ ਇਕਾਕੀ ਕਰ ਲੈ ਬੈਸੇ। ਅਤੇ ਜਦੋਂ ਜੈ ਰਾਮ ਘਰੇ ਮਿਲਿਆ, ਘਰੇ ਜਦੋਂ ਗਏ ਆ ਉਸ ਵਕਤ ਕੱਲਿਆਂ ਜੇ ਕਰ ਲਿਆ, ਭਾਵ ਸਾਰਿਆਂ ਵਿੱਚ ਗੱਲ ਨਹੀਂ ਕੀਤੀ, ਜੈ ਰਾਮ ਨੂੰ ਵੱਖਰਾ ਜਾ ਕਰ ਲਿਆ। ਕਹੇ ਨ ਚਿੰਤ ਰਹੇ ਤੂੰ ਕੈਸੇ। ਹੁਣ ਆ ਗੱਲਾਂ ਕਰਦੇ ਆ ਜੈ ਰਾਮ ਨੂੰ, ਕਹਿੰਦੇ ਜੈ ਰਾਮ ਤੂੰ ਤਾਂ ਬੜੀ ਨਿਚਿੰਤਜ ਹੋ ਕੇ ਭਾਵ ਕੇ ਚਿੰਤਾ ਤੋਂ ਰਹਿਤ ਹੋ ਕੇ ਘਰੇ ਬੈਠਾ, ਤੈਨੂੰ ਕੋਈ ਫਿਕਰ ਨਹੀਂ ਹੈ ਕਿ ਜਿਹੜਾ ਤੇਰਾ ਮੋਦੀ ਹੈ ਭਾਵ ਤੇਰਾ ਨਾਨਕ ਹੈ ਉਹ ਚੋਰੀ ਕਰੀ ਜਾਂਦਾ, ਧਨ ਦੌਲਤ ਲੁੱਟੀ ਜਾਂਦਾ, ਤੂੰ ਇੱਥੇ ਬਿਨਾਂ ਚਿੰਤਾ ਤੋਂ ਘਰ ਦੇ ਵਿੱਚ ਬੈਠਾ ਹੈ। ਨਿਤ ਪ੍ਰਤ ਜੋ ਖੋਤ ਅਤ ਦਰਬਾਰ। ਆ ਦੇਖ ਨਿਤ ਪ੍ਰਤ ਭਾਵ ਹਰ ਰੋਜ਼ ਕਿੰਨਾ ਕਿੰਨਾ ਧਨ ਦੌਲਤ ਖੋਈ ਜਾਂਦਾ। ਦੇਖ ਆਉਂਦੇ ਆ ਇਹਦੇ ਤੋਂ ਦੇਸਾਂ ਪ੍ਰਦੇਸਾਂ ਦੇ ਵਿੱਚੋਂ ਲੋੜਵੰਦ ਮੰਗਤੇ ਆਉਂਦੇ ਆ, ਮੰਗ ਕੇ ਜਾਚਨਾ ਕਰਕੇ ਚਲੇ ਜਾਂਦੇ ਆ।
ਤੈਨੂੰ ਪਤਾ ਨਹੀਂ ਕਿੰਨਾ ਕਿੰਨਾ ਤੁਰਕਾਂ ਦਾ ਕਿ ਧਨ ਦੌਲਤੇ ਖੋਈ ਜਾ ਰਿਹਾ ਹੈ। ਸੋ ਸਮਝੋ ਉਰ ਆਪਣੇ ਸਰਬਾ। ਅਤੇ ਹੁਣ ਤੂੰ ਆਪਣੇ ਸਰਬਾ ਕਿ ਜਿੰਨਾ ਇਹਨੇ ਧਨ ਦੌਲਤ ਗਵਾਇਆ ਹੈ ਨਾ, ਉਹ ਆਪਣਾ ਹੀ ਸਮਝ, ਕਿਉਂਕਿ ਦੇਣਾ ਤਾਂ ਤੈਨੂੰ ਹੀ ਪੈਣਾ ਹੈ। ਇਹਨੇ ਤਾਂ ਦੌੜ ਜਾਣਾ, ਇਹਨੇ ਭੱਜ ਜਾਣਾ ਹੈ। ਬਾਦ ਖੋਏ ਸੋ ਜਾਏ ਪਲਾਈ। ਕਹਿੰਦੇ ਬਾਦ ਖੋਏ, ਕਹਿੰਦੇ ਆ ਝੂਠਾ ਖੋ ਕੇ ਨਾਸ ਕਰਕੇ ਨਾ ਇਹਨੇ ਫਿਰ ਬਾਦ ਖੋਏ ਸੋ ਜਾਏ ਪਲਾਈ, ਪਲਾਈ ਦੌੜ ਜਾਣਾ ਹੈ। ਸਗਰੋ ਝਗਰਾ ਤੁਝ ਘਰ ਪਾਈ। ਕਹਿੰਦੇ ਸਾਰਾ ਝਗੜਾ ਤਾਂ ਤੇਰੀ ਹੀ ਗੱਲ ਦੇ ਵਿੱਚ ਪੈ ਜਾਣਾ। ਇਹਨੇ ਦੌੜ ਜਾਣਾ, ਇਹਨੇ ਭੱਜ ਜਾਣਾ ਤੇ ਉਹਨਾਂ ਨੇ ਝਗੜਾ ਤੇਰੇ ਗਲ ਪਾ ਲੈਣਾ, ਪਕੜ ਤੈਨੂੰ ਲੈਣਾ। ਸੋ ਖਰਚਨ ਕੋ ਲਖ ਤੇ ਆਸਾਨਾ। ਕਹਿੰਦੇ ਉਹਨੂੰ ਤਾਂ ਜਿਹੜਾ ਆਸਾਨਾ ਹੈ, ਬੜਾ ਆਸਾਨ ਹੈ, ਇੰਨਾ ਲੱਖਾਂ ਦਾ ਧਨ ਦੌਲਤ ਖਰਚਣਾ, ਲੱਖਾਂ ਦੀ ਮਾਇਆ ਖਰਚ ਰਿਹਾ। ਤੁਝ ਕੋ ਮੁਸ਼ਕਲ ਬਨੇ ਮਹਾਨਾ। ਤੇ ਤੈਨੂੰ ਦੇਣ ਲੱਗਿਆਂ ਬੜੀ ਮੁਸ਼ਕਲ ਬਣੇਗੀ, ਬਹੁਤ ਜ਼ਿਆਦਾ ਔਖਾ ਹੋਏਗਾ। ਭੂਪਤ ਪੂਰ ਲਏ ਨਿਜ ਲੇਖਾ। ਤੇ ਦੇਖ ਆ ਸਾਡਾ ਨਵਾਬ ਫਿਰ ਤੇਰੇ ਤੋਂ ਲੇਖਾ ਹਿਸਾਬ ਕਿਤਾਬ ਲਏਗਾ, ਉਦੋਂ ਤੈਨੂੰ ਬੜਾ ਹੀ ਕਠਿਨ ਹੋਵੇਗਾ, ਬੜਾ ਔਖਾ ਹੋਏਗਾ। ਚਲੇ ਇਲਾਜ ਨਾ ਤੂੰ ਦੇ ਸ਼ੇਖਾ। ਅਤੇ ਦੇਖ ਇਹਨੇ ਜਾਣ ਲੱਗਿਆਂ ਕੋਈ ਦੇਰੀ ਨਹੀਂ ਕਰਨੀ, ਤੇਰੇ ਕੋਲੇ ਕੋਈ ਇਲਾਜ ਨਹੀਂ ਹੈ, ਭਾਵ ਕੋਈ ਹੋਰ ਤਾਂ ਹੈ ਨਹੀਂ ਕੋਈ। ਉੱਥੇ ਜਾ ਕੇ ਤੂੰ ਗੱਲਾਂ ਕਰੇ ਕਿ ਮਹਾਰਾਜ ਐ ਹੋ ਗਿਆ, ਐ ਹੋ ਗਿਆ, ਇਹਦੇ ਨਾਲ ਸਰਨਾ ਨਹੀਂ ਹੈ, ਇਲਾਜ ਨਹੀਂ ਹੈ। ਇਸ ਕਰਕੇ ਇਹਦੇ ਵਿੱਚ ਤੇਰਾ ਹੀ ਨੁਕਸਾਨ ਹੈ। ਦੀਰਗ ਦਰਸ਼ੀ ਜੇ ਮਤਵਾਨਾ। ਆ ਦੇਖ ਜਿਹੜੇ ਦੀਰਘਦਰਸ਼ੀ ਹੁੰਦੇ ਐ, ਭਾਵ ਕਿ ਉੱਚੀ ਸੋਚ ਵਾਲੇ ਹੁੰਦੇ ਐ, ਮਤਵਾਨ ਹੁੰਦੇ ਐ, ਬੁੱਧੀ ਵਾਲੇ ਹੋਇਆ ਕਰਦੇ ਐ। ਕਰੇ ਨਾ ਅਸ ਪ੍ਰਕਾਰ ਧਨ ਹਾਨਾ। ਕਹਿੰਦੇ ਉਹ ਇਸ ਤਰ੍ਹਾਂ ਦਾ ਧਨ ਦੌਲਤ ਦਾ ਨੁਕਸਾਨ ਨਹੀਂ ਕਦੇ ਵੀ ਕਰਿਆ ਕਰਦੇ। ਦੀਰਘਵੰਸ਼ੀ ਹੁੰਦੇ ਆ ਜਿਹੜੇ, ਜਿਨ੍ਹਾਂ ਦੀ ਸੋਚ ਬੜੀ ਉੱਚੀ ਹੁੰਦੀ ਹੈ। ਇਹ ਤੁਰਕਾਂ ਦੇ ਜਿਹੜੇ ਭਾਈ ਚੇਲੇ ਬਾਲ ਕੇ ਕਹਿ ਰਹੇ ਐ। ਤੁਰਕ ਦੇ ਕੋਲੇ ਜਿਹੜੇ ਨੌਕਰੀਆਂ ਕਰਨ ਵਾਲੇ ਆ ਕੇ ਜੈ ਰਾਮ ਨੂੰ ਕਹਿ ਰਹੇ ਆ ਕਿ ਕਹਿੰਦੇ ਜਿਹੜੇ ਦੀਰਘਵੰਸ਼ੀ ਹੁੰਦੇ ਐ ਉਹ ਇਸ ਤਰ੍ਹਾਂ ਧਨ ਦੌਲਤ ਦਾ ਨੁਕਸਾਨ ਨਹੀਂ ਕਰਦੇ, ਉਹ ਤਾਂ ਸਗੋਂ ਜੋੜਦੇ ਐ, ਧਨ ਦੌਲਤ ਇਕੱਠੀ ਕਰਦੇ ਐ। ਬਾਲ ਸਖਾਈ ਕੋ ਲਖ ਮੀਤਾ। ਅਸੀਂ ਤਾਂ ਕਹਿੰਦੇ ਤੈਨੂੰ ਬਾਲ ਸਿਖਾਈ ਜਾਣਿਆ ਤਾਂ ਦੱਸ ਰਹੇ ਆ ਕਿ ਤੂੰ ਸਾਡੇ ਨਾਲ ਖੇਡਦਾ ਰਿਹਾ ਸੀ ਨਾ। ਜਦੋਂ ਬਚਪਨਾ ਹੁੰਦਾ ਸੀ, ਬਾਲ ਹੁੰਦੇ ਸੀ, ਆਪਾਂ ਖੇਡਦੇ ਸੀ, ਅਸੀਂ ਤਾਂ ਤੇਰੇ ਮਿੱਤਰ ਹਾਂ। ਇਸ ਕਰਕੇ ਆ ਕੇ ਤੇਰਾ ਭਲਾ ਸੋਚਿਆ, ਤੈਨੂੰ ਦੱਸਣ ਲੱਗੇ ਆ। ਹੀਰਿਓ ਹੋਤ ਹਿਤ ਦੇ ਵਿਪਰੀਤਾ। ਅਤੇ ਅਸੀਂ ਜਿਹੜਾ ਕਹਿੰਦੇ ਹੀਰਿਓ ਦੇਖਿਆ ਤੇਰਾ ਪ੍ਰੇਮ, ਭਾਵ ਛੋਟੇ ਹੁੰਦਿਆਂ ਦਾ। ਸਹਿ ਨ ਸਕੇ ਹਮ ਇਹ ਮਨ ਮਾਹੀ। ਤੇ ਸਾਡਾ ਜਿਹੜਾ ਮੋਦੀ ਹੈ, ਭਾਵ ਕਿ ਗੁਰੂ ਨਾਨਕ ਹੈ, ਉਹ ਵਿਪਰੀਤ ਜੀ ਅਸੀਂ ਸਹਾਰ ਨਹੀਂ ਸਕੇ, ਉਹਦੀ ਐਸੀ ਗੱਲ ਅਸੀਂ ਸਹਾਰ ਨਹੀਂ ਸਕੇ। ਅਪਰ ਹੇਤ ਕੋ ਜਾਨੋ ਨਾਹੀ। ਅਤੇ ਹੋਰ ਤਾਂ ਅਸੀਂ ਹਿਤ ਫਿਰ ਜਾਣਿਆ ਨਹੀਂ ਹੈ, ਭਾਵ ਕਿ ਹੋਰ ਤਾਂ ਅਸੀਂ ਕੋਈ ਕੰਮ ਆਏ ਨਹੀਂ ਤੇਰੇ ਕੋਲੇ ਕਿ ਸਾਡਾ ਕੋਈ ਫਾਇਦਾ ਹੋਵੇ। ਸਾਡਾ ਫਾਇਦਾ ਫੂਦਾ ਇਸ ਦੇ ਵਿੱਚ ਕੋਈ ਨਹੀਂ ਹੈ, ਸਾਡਾ ਲਾਭ ਕੋਈ ਨਹੀਂ ਹੈ। ਅਸੀਂ ਤਾਂ ਤੇਰਾ ਲਾਭ ਜਾਣ ਕੇ ਕਿ ਮੋਦੀ ਨਾਨਕ ਇੰਨਾ ਧਨ ਦੌਲਤ ਗਵਾਈ ਜਾਂਦਾ, ਬਾਅਦ ਚੋਂ ਤੈਨੂੰ ਨਵਾਬ ਨੇ ਪਕੜ ਲੈਣਾ, ਤੇਥੋਂ ਸਾਰਾ ਖਰਚ ਲੈਣਾ, ਤੇਰਾ ਭਲਾ ਜਾਣ ਕੇ ਅਸੀਂ ਆਏ ਹਾਂ। ਤੁਝ ਸਮਝਾਵਨ ਕੋ ਮਿਲਿਆ ਏ। ਅਸੀਂ ਤਾਂ ਸਾਰੇ ਹੀ ਮਿਲ ਜੁਲ ਕੇ ਪਰਿਵਾਰ ਸਾਰਾ ਹਾਂ ਕਿ ਸਾਰੇ ਤੈਨੂੰ ਸਮਝਾਉਣ ਵਾਸਤੇ ਆਏ ਹਾਂ। ਕਰੋ ਆਪ ਜੈਸੇ ਮਨ ਭਾਏ। ਬਾਕੀ ਭਾਈ ਅਸੀਂ ਤਾਂ ਤੈਨੂੰ ਜੈ ਰਾਮ ਸਮਝਾਉਣਾ ਹੀ ਸੀ, ਸਿੱਖਿਆ ਦੇਣੀ ਸੀ, ਜਿਵੇਂ ਤੇਰੇ ਮਨ ਭਾਉਂਦੀ ਹੈ ਕਰਨੀ ਤੂੰ ਹੈ। ਚੁਗਲੀ ਕਰ ਦਿੱਤੀ, ਨਾਲੇ ਸੱਚੇ ਹੋ ਗਏ ਕਿ ਕਰਨੀ ਤੂੰ ਹੈ, ਜਿਵੇਂ ਤੇਰਾ ਮਨ ਆਉਂਦਾ, ਜਿਵੇਂ ਤੇਰੀ ਇੱਛਾ ਹੈ ਤੂੰ ਆਪ ਹੀ ਕਰ। ਪਾਵਸ ਸਮ ਪਿਸ਼ਨਨ ਕੀ ਬਾਨੀ। ਅਤੇ ਕਹਿੰਦੇ ਪਾਵਸ ਸਮ, ਅਗਨੀ ਦੇ ਸਮਾਨ ਸੀ ਇਹਨਾਂ ਦੀ ਜਿਹੜੀ ਬਾਣੀ ਚੁਗਲਾਂ ਦੀ। ਚਿੰਤ ਆਪ ਗਾ ਕੀਨ ਮਹਾਨੀ। ਅਤੇ ਜਿਹੜੀ ਚਿੰਤ ਆਪ ਦਾ ਨਦੀ ਦੇ ਵਾਂਗ, ਕਹਿੰਦੇ ਐ ਨਦੀ ਚਿੰਤਾ ਰੂਪੀ ਨਦੀ ਦੇ ਵਿੱਚ ਹੁਣੇ ਵਹਿ ਚੁੱਕਾ ਹੈ। ਕਮਲ ਕੋਮਲੰ ਮਨ ਜੈ ਰਾਮੂ। ਹੁਣ ਜੈ ਰਾਮ ਬੜਾ ਕਹਿੰਦੇ ਮਨ ਦਾ ਕੋਮਲ ਹੈ, ਭਾਵ ਕਿ ਜੇ ਤਾਂ ਇੱਕ ਗੁਰਸੰਗਤ ਜੀ ਹੋਵੇ ਚਲਾਕ ਜਾ,
ਤੇ ਉਹ ਤਾਂ ਇਹਨਾਂ ਗੱਲਾਂ ਨੂੰ ਕੋਈ ਸਹਾਰਦਾ ਹੀ ਨਹੀਂ ਕਿ ਚੱਲ ਆਈ ਹੈ ਗੱਲ, ਕੋਈ ਨਹੀਂ। ਹੁਣ ਇਹਦਾ ਕਹਿੰਦੇ ਮਨ ਬੜਾ ਕੋਮਲ ਹੈ, ਬੜਾ ਹੀ ਮਨ ਕੋਮਲ ਹੈ, ਬੜਾ ਪਵਿੱਤਰ ਜਿਹਾ ਮਨ ਹੈ। ਉਖਰਿਓ ਧੀਰਜ ਮੂਲ ਅਥਾਮੂ। ਅਤੇ ਕਹਿੰਦੇ ਜਿਵੇਂ ਇਹ ਜਿਹੜਾ ਹੈ ਕੋਮਲ ਮਨ ਦਾ ਸੀ, ਉਹਨਾਂ ਨੇ ਚੁਗਲੀ ਕਰ ਦਿੱਤੀ। ਇਹਦਾ ਜਿਹੜਾ ਭਾਈ ਧੀਰਜ ਸੀ ਨਾ, ਕਹਿੰਦੇ ਨਦੀ ਦਾ ਜਿਵੇਂ ਵਹਾਅ ਪੈਂਦਾ ਤੇ ਇੱਕੋ ਦਮ ਜਿਹੜਾ ਨਦੀ ਦਾ ਨੱਕਾ ਟੁੱਟ ਜਾਂਦਾ, ਤੇ ਐਵੇਂ ਧੀਰਜ ਰੂਪੀ ਵਹਾਅ ਉਖੜ ਗਿਆ, ਟੁੱਟ ਗਿਆ ਹੈ। ਯਤਨ ਤੀਰ ਕਿਤ ਪਾਇਤ ਨਾਹੀ। ਹੁਣ ਬੜੇ ਯਤਨ ਕਰਦਾ ਹੈ, ਚਿੰਤਾ ਰੂਪੀ ਨਦੀ ਦੇ ਵਹਾਅ ਦੇ ਵਿੱਚ ਜਿਹੜਾ ਚੱਲਦਾ ਪਿਆ, ਯਤਨ ਰੂਪੀ ਕੋਈ ਕਿਨਾਰਾ ਨਹੀਂ ਪਾ ਰਿਹਾ। ਬਹਿਓ ਪ੍ਰਵਾਹ ਗਟੀ ਕੇ ਮਾਹੀ। ਅਤੇ ਪ੍ਰਵਾਹ ਰੂਪੀ ਗਟੀ ਗਿਣਤੀਆਂ ਮਿਣਤੀਆਂ ਦੇ ਵਿੱਚ ਕਹਿੰਦੇ ਵਹਿ ਚੁੱਕਾ ਹੈ। ਅਸ ਕੈ ਗਮਨੇ ਆਪਨ ਨਿਕੇਤਾ। ਹੁਣ ਚੁਗਲ ਇਸ ਤਰ੍ਹਾਂ ਦੀ ਚੁਗਲੀ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਬਤ ਗੱਲਾਂ ਕਰਕੇ ਤੇ ਆਪਣੇ ਨਿਕੇਤਾ ਘਰਾਂ ਵੱਲ ਤੁਰ ਪਏ। ਉਤੇ ਜੋ ਮੂਰਖ ਦੁਸ਼ਟ ਅਚੇਤਾ। ਕਵੀ ਜੀ ਕਹਿੰਦੇ ਜਿਹੜੇ ਅਚੇਤ ਸਨ, ਬੇਸਮਝ ਸਨ, ਮੂਰਖ ਸੀ, ਜਿਹੜੇ ਮੁਗਧ ਸਨ। ਬੈਸੇ ਸਦਨ ਨੀਵ ਕਰ ਗਰੀਵਾ। ਹੁਣ ਫਿਰ ਜਿਹੜਾ ਭਾਈ ਜੈ ਰਾਮ ਹੈ ਬੜਾ ਕੋਮਲ ਹੈ, ਬੜਾ ਕੋਮਲ ਮੰਨਦਾ ਹੈ, ਅਤੇ ਆਪਣੇ ਘਰ ਦੇ ਵਿੱਚ ਕਹਿੰਦੇ ਨੀਵਾਂ ਭੌਣ ਜੀ ਡੇਗ ਕੇ ਨਾ ਸਿੱਟ ਕੇ ਧੌਣ ਜੀ ਤੇ ਆਪਣੇ ਘਰ ਦੇ ਵਿੱਚ ਬੈਠਾ ਹੈ। ਮਨੋ ਬਨਿਓ ਚਿੰਤਾ ਕੀ ਸੀਵਾ। ਅਤੇ ਮਾਨੋ ਕਹਿੰਦੇ ਚਿੰਤਾ ਦੀ ਤਾਂ ਸੀਮਾ ਹੱਦ ਹੀ ਬਣ ਗਿਆ ਕਿ ਇਦੋਂ ਵੱਧ ਤਾਂ ਚਿੰਤਾ ਹੀ ਨਹੀਂ ਕੋਈ ਹੈ। ਡਰ ਇੰਨਾ ਹੋ ਗਿਆ, ਚਿੰਤਾ ਦੀ ਨਦੀ ਦੇ ਵਿੱਚ ਇੰਨਾ ਬਹਿ ਗਿਆ ਕਿ ਇਦੋਂ ਵੱਧ ਕੋਈ ਚਿੰਤਾ ਹੀ ਨਹੀਂ ਕਰ ਸਕਦਾ, ਇੰਨੀ ਚਿੰਤਾ ਦੀ ਨਦੀ ਦੇ ਵਿੱਚ ਬਹਿ ਚੁੱਕਾ ਹੈ। ਇਸ ਦਿਨ ਬੀਤੇ ਗਿਣਤੇ ਉਹ ਗਿਣਤੀ। ਅਤੇ ਰਾਤ ਦਿਨ ਹੁਣ ਸੋਚਾਂ ਦੇ ਵਿੱਚ ਹੀ ਲੰਘਦਾ ਹੈ। ਕਦੇ ਕੁਝ ਸੋਚਦਾ, ਜੇ ਇੰਜ ਕਰ ਲਵਾਂ ਐ ਹੋ ਜਾਵੇ, ਜੇ ਐ ਕਰ ਲਵਾਂ ਐ ਹੋ ਜਾਵੇ, ਕਿਵੇਂ ਬਚਾ ਹੋਵੇ, ਨਵਾਬ ਤੋਂ ਕਿਵੇਂ ਬਚਿਆ ਜਾ ਸਕੇ। ਨਿਸ ਦਿਨ ਕਹਿੰਦੇ ਰਾਤ ਦਿਨ ਗਿਣਤੀਆਂ ਗਿਣਦਾ ਹੀ ਜਿਹੜਾ ਬਤੀਤ ਹੋ ਜਾਂਦਾ ਹੈ। ਕਰੇ ਦੀਨ ਹੋਏ ਪ੍ਰਭ ਸੋ ਬਿਨਤੀ। ਅਤੇ ਬੜਾ ਆਜਿਜ਼ ਨਿਮਾਣਾ ਹੋ ਕੇ, ਦੀਨ ਜਾ ਹੋ ਕੇ ਨਾ, ਬੜਾ ਨਿਮਰਤਾ ਦੇ ਵਿੱਚ ਆ ਕੇ ਪ੍ਰਭੂ ਦੇ ਅੱਗੇ ਬੇਨਤੀ ਕਰਦਾ, ਮਾਲਕਾ ਬਚਾ ਲਈ, ਹੁਣ ਬਚਾ ਲਈ, ਅੱਗੇ ਤੋਂ ਐਸਾ ਨਹੀਂ ਕਰਦਾ। ਇਸ ਤਰ੍ਹਾਂ ਬੜਾ ਆਜਿਜ਼ ਨਿਮਾਣਾ ਹੋ ਕੇ ਭਾਈ ਜੈ ਰਾਮ ਬੇਨਤੀਆਂ ਕਰ ਰਿਹਾ ਹੈ। ਔਰ ਅੰਤਰ ਮਾਨਤ ਬੋ ਖੇਦਾ। ਅਤੇ ਜਿੱਥੇ ਜਿੱਥੇ ਬੇਨਤੀਆਂ ਕਰ ਰਿਹਾ ਕਹਿੰਦੇ ਨਾਲੇ ਹਿਰਦੇ ਅੰਦਰ ਬੜਾ ਦੁੱਖ ਵੀ ਮੰਨ ਰਿਹਾ ਹੈ। ਵਹਿਰ ਨ ਕਿਸ ਟਿਗ ਪਾਖੇ ਭੇਦਾ। ਅਤੇ ਪਰ ਜਿਹੜਾ ਇਹ ਦੁੱਖ ਹੈ ਨਾ, ਦੁੱਖ ਦੀ ਗੱਲ ਹੈ, ਅੰਦਰ ਦਾ ਜਿਹੜਾ ਬੜਾ ਗੋਝ ਦੁੱਖ ਹੈ, ਇਹ ਕਿਸੇ ਕੋਲੇ ਦੱਸ ਨਹੀਂ ਸਕਦਾ। ਨਾ ਤਾਂ ਆਪਣੀ ਪਤਨੀ ਨਾਨਕੀ ਕੋਲੇ ਦੱਸ ਸਕੇ, ਨਾ ਕਿਸੇ ਪਰਿਵਾਰ ਦੇ ਹੋਰ ਕੋਲੇ ਗੱਲ ਸਕੇ। ਅੰਦਰ ਹੀ ਅੰਦਰ ਝੁਰਦਾ ਪਿਆ, ਕਿਸੇ ਦੇ ਕੋਲੇ ਆਪਣਾ ਦੁੱਖ ਬਾਹਰ ਨਹੀਂ ਕੱਢਦਾ। ਜਬੇ ਨਾਨਕੀ ਦਸ਼ਾ ਬਿਲੋਕੀ। ਅਤੇ ਜਦੋਂ ਕਹਿੰਦੇ ਬੇਬੇ ਨਾਨਕੀ ਨੇ ਇਹਦੀ ਦਸ਼ਾ ਦੇਖੀ ਹੈ, ਹਾਲਤ ਦੇਖੀ ਹੈ, ਹਰਖਹੀਨ ਪਤੀ ਕੀ ਮਤ ਸ਼ੋਕੀ। ਅਤੇ ਕੀ ਦੇਖਿਆ ਕਿ ਸ਼ਕਲੋਂ ਬੜਾ ਹਰਖ ਤੋਂ ਹੀਣਾ ਹੋ ਰਿਹਾ ਹੈ। ਪਹਿਲਾਂ ਤਾਂ ਖੁਸ਼ ਹੋਇਆ ਕਰਦਾ ਸੀ, ਹੱਸਦਾ ਰਹਿੰਦਾ ਸੀ, ਹੱਸ ਕੇ ਗੱਲ ਕਰਦਾ ਸੀ, ਪਰ ਜਦੋਂ ਆਹ ਗੱਲ ਹੋ ਗਈ ਹੈ ਉਦੋਂ ਬੜਾ ਹਰਖ ਤੋਂ ਹੀਣਾ ਹੋ ਰਿਹਾ ਹੈ। ਇਸ ਤਰ੍ਹਾਂ ਬੜਾ ਸ਼ੋਕ ਦੇ ਸਹਿਤ ਇਹਨੂੰ ਦੇਖਿਆ ਹੈ। ਹਿਰਦੇ ਗੁਨੇ ਕੋ ਭਇਓ ਕੋ ਕਾਜੂ। ਅਤੇ ਬੇਬੇ ਨਾਨਕੀ ਨੇ ਹਿਰਦੇ ਵਿੱਚ ਵਿਚਾਰ ਕੀਤੀ ਹੈ ਕਿ ਇਹਦੇ ਤੋਂ ਕੋਈ ਨਾ ਕੋਈ ਕਾਜੂ ਭਾਵ ਖੋਟਾ ਕਰਮ ਹੋਇਆ ਹੋਵੇਗਾ, ਤਾਂ ਹੀ ਇਹ ਜਿਹੜਾ ਸ਼ੋਕ ਤੋਂ ਹੀਣਾ ਹੋ ਰਿਹਾ ਹੈ, ਭਾਵ ਸ਼ੋਕ ਦੇ ਸਹਿਤ ਹੋ ਰਿਹਾ। ਵਾਹਿਗੁਰੂ ਚਿੰਤਮਾਨ ਹੋਏ ਬੈਠਿਓ ਆਜੂ। ਅਤੇ ਅੱਜ ਤਾਂ ਬੜਾ ਚਿੰਤਾ ਦੇ ਵਿੱਚ ਜਿਹੜਾ ਲਿਵਲੀਨ ਹੋਇਆ ਬੈਠਾ ਹੈ, ਭਾਵ ਚਿੰਤਾ ਦੇ ਸਹਿਤ ਹੋਇਆ ਬੈਠਾ ਹੈ। ਤੁਲਸਾਂ ਦਾਸੀ ਭੇਵ ਜਨਾਇਆ। ਅਤੇ ਕੋਲੇ ਤੁਲਸਾਂ ਦਾਸੀ ਖੜੀ ਸੀ। ਹੁਣ ਤੁਲਸਾ ਦਾਸੀ ਨੇ ਸਭ ਕੁਝ ਦੇਖਿਆ ਸੀ, ਇਸ ਕਰਕੇ ਤੁਲਸਾ ਦਾਸੀ ਨੇ ਸਾਰਾ ਜਿਹੜਾ ਭੇਦ ਸੀ ਨਾਨਕੀ ਨੂੰ ਦੱਸਿਆ ਹੈ। ਸੁਨੋ ਬਦੂ ਮੈਂ ਜਿਉ ਲਖ ਪਾਇਆ। ਤੁਲਸਾ ਦਾਸੀ ਆਖਣ ਲੱਗੀ, ਸਤਿਕਾਰਯੋਗ ਬਹੂ,
ਬੇਬੇ ਨਾਨਕੀ ਜਿਵੇਂ ਮੈਂ ਲੱਖ ਪਾਇਆ, ਭਾਵ ਜਿਵੇਂ ਮੈਂ ਜਾਣਿਆ ਹੈ, ਜਿਵੇਂ ਮੈਂ ਦੇਖਿਆ ਹੈ। ਏਕ ਦਿਵਸ ਮਿਲ ਮਨੁਜ ਭਲੇਗੇ। ਅਤੇ ਆਖਣ ਲੱਗੀ ਕਿ ਭੈਣ ਨਾਨਕੀ ਆ ਦੇਖ, ਕਹਿੰਦੀ ਹੈ ਕਿ ਜਦੋਂ ਭਲੇਰੇ ਭਲੇਰੇ ਨਗਰ ਦੇ ਭਾਵ ਧਨਾੜ ਬੰਦੇ ਇਕੱਠੇ ਹੋ ਕੇ ਨਗਰ ਦੇ ਨਿਵਾਸੀ ਇਹਦੇ ਕੋਲੇ ਚੱਲ ਕੇ ਆਏ ਸਨ। ਮੈਂ ਅਵਲੋਕੇ ਆਵਤ ਡੇਰੇ। ਉਹਨਾਂ ਨੂੰ ਆਉਂਦਿਆਂ ਹੋਇਆਂ ਮੈਂ ਆਪਣੇ ਘਰ ਵਾਲੀ ਦੇਖਿਆ, ਆਪਣੇ ਘਰ ਵਾਲੀ ਆਏ ਆ ਤੇ ਸਾਰੇ ਇਕੱਠੇ ਬੈਠੇ ਸਨ। ਤਾਂ ਦਿਨ ਤੇ ਇਹ ਚਿੰਤਾ ਮਨ। ਮੈਂ ਤਾਂ ਇਹੀ ਜਾਣਿਆ ਕਿ ਜਦੋਂ ਦੇ ਉਹ ਆਏ ਹੈ ਨਾ, ਉਦੋਂ ਦਾ ਜੈ ਰਾਮ ਚਿੰਤਾ ਦੇ ਵਿੱਚ ਲੀਵ ਲੈਣ ਬੈਠਾ, ਚਿੰਤਾ ਦੇ ਵਿੱਚ ਗਲਤਾਨ ਹੋਇਆ ਬੈਠਾ ਹੈ। ਉਹ ਜਾਣੇ ਕਿਆ ਤਿਨੇ ਬਖਾਨਾ। ਬਾਕੀ ਮੈਨੂੰ ਤਾਂ ਇੰਨਾ ਕੁ ਪਤਾ ਹੈ ਕਿ ਉਹ ਆਏ ਸਨ ਉਦੋਂ ਦਾ ਚਿੰਤਾ ਦੇ ਵਿੱਚ ਗਲਤਾਨ ਹੈ। ਹੁਣ ਕੋ ਜਾਣੇ ਬਾਕੀ ਕੀ ਗੱਲ ਹੈ ਕਿ ਕਿਹੜਾ ਕੋਈ ਜਾਣ ਸਕਦਾ ਹੈ। ਸੁਨਤ ਨਾਨਕੀ ਸੁਮਤ ਸਜੂਤੀ। ਅਤੇ ਜਦੋਂ ਬੇਬੇ ਨਾਨਕੀ ਨੇ ਸੁਣਿਆ, ਜਿਹੜੀ ਸ੍ਰਿਸ਼ਟ ਮਤ ਵਾਲੀ ਹੈ, ਬੁੱਧੀਵਾਨ ਹੈ, ਲਖ ਲੀਨੀ ਕੀਨੀ ਕਿਨ ਦੂਤੀ। ਅਤੇ ਕਹਿੰਦੇ ਜਾਣ ਲਿਆ ਬੇਬੇ ਨਾਨਕੀ ਨੇ, ਸ੍ਰਿਸ਼ਟ ਮਤ ਵਾਲੀ ਸੀ, ਬੁੱਧੀਵਾਨ ਸੀ ਕਿ ਕਿਸੇ ਨੇ ਚੁਗਲੀ ਕੀਤੀ ਹੋਣੀ ਹੈ ਨਾਨਕ ਦੇ ਪ੍ਰਤੀ, ਗੁਰੂ ਨਾਨਕ ਦੇ ਪ੍ਰਤੀ, ਮੇਰੇ ਭਰਾਤਾ ਪ੍ਰਤੀ ਕਿਸੇ ਨੇ ਚੁਗਲੀ ਕੀਤੀ ਹੋਣੀ ਹੈ, ਕਿਸੇ ਨੇ ਨਿੰਦਿਆ ਕੀਤੀ ਹੋਣੀ ਹੈ। ਨਿਕਟ ਬੈਠ ਪਤੀ ਕੋ ਸਮਝਾਇਆ। ਅਤੇ ਉਸ ਵਕਤ ਇਹ ਸਤਿਕਾਰਯੋਗ ਬੀਬੀਆਂ ਦੇ ਕੰਮ ਹੁੰਦੇ ਆ, ਲੜਾਈ ਝਗੜੇ ਨਹੀਂ ਉਸ ਵਕਤ ਕਰਦੇ। ਕਹਿੰਦੇ ਆ ਦੇਖੋ ਕੈਸੀ ਸਿੱਖਿਆ ਪਰਿਵਾਰ ਦੇ ਵਿੱਚੋਂ ਮਿਲੀ ਹੈ, ਨਿਕਟ ਗਈ ਹੈ। ਜੈ ਰਾਮ ਜੀ ਦੇ ਕੋਲੇ ਜਾ ਕਰਕੇ ਤੇ ਸਮਝਾਇਆ, ਪਿਆਰ ਦੇ ਨਾਲ, ਝਗੜਾ ਨਹੀਂ ਕੀਤਾ, ਬੜੇ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ ਮਾਤਾ ਨਾਨਕੀ ਜੀ, ਬੇਬੇ ਨਾਨਕੀ ਜੀ ਵਾਹਿਗੁਰੂ ਸਮਝਾਉਣ ਲੱਗੇ ਐ। ਕਿਉਂ ਔਰ ਪਰਮੇ ਤੁਮ ਸੁਖ ਦਾਇਆ। ਅਤੇ ਐ ਸੁੱਖਾਂ ਦੇ ਦਾਇਆ ਦਾਤਾ ਜੀ, ਕਿਉਂ ਤੁਸੀਂ ਭਰਮ ਦੇ ਵਿੱਚ ਭਰਮੇ ਹੋਏ ਹੋ, ਕੀ ਗੱਲ ਹੈ। ਪੂਰਬ ਪਤਾ ਲਿਓ ਪਲ ਦੇਖੀ। ਅਤੇ ਆਹ ਦੇਖੋ ਪਹਿਲਾਂ ਵੀ ਇਹ ਗੱਲ ਹੋਈ ਸੀ, ਨਾਨਕ ਦੇ ਕਿੰਨੀਆਂ ਕਿੰਨੀਆਂ ਚੁਗਲੀਆਂ ਲਾਈਆਂ ਸੀ। ਪੂਰਬ ਪਤਾ ਲਿਓ ਭਲ ਸੇਖੀ, ਕਹਿੰਦੇ ਤੁਸੀਂ ਤਾਂ ਪਹਿਲਾਂ ਵੀ ਸਾਰਾ ਪਤਾ ਲੈ ਲਿਆ ਸੀ। ਔਰ ਮੈਂ ਸ਼ਰਦਾ ਧਰੋ ਵਿਸ਼ੇਖੀ। ਕਹਿੰਦੇ ਨਾਨਕ ਨਿਰੰਕਾਰੀ ਹੈ, ਨਿਰੰਕਾਰ ਦਾ ਰੂਪ ਹੈ। ਭੈਣ ਨਾਨਕੀ ਆਖ ਰਹੀ ਹੈ ਕਿ ਗੁਰੂ ਨਾਨਕ ਤਾਂ ਨਿਰੰਕਾਰ ਦਾ ਰੂਪ ਹੈ, ਉਹਨਾਂ ਦੇ ਉੱਪਰ ਤੁਸੀਂ ਸ਼ਰਧਾ ਧਾਰਨ ਕਰੋ। ਸਭ ਅਨਜਾਨ ਪਨੇ ਜੇ ਮਾਨਵ। ਬਾਕੀ ਆ ਜਿਹੜੇ ਤੇਰੇ ਕੋਲੇ ਚੁਗਲੀ ਕਰਦੇ ਐ, ਨਿੰਦਿਆ ਕਰਦੇ ਐ, ਤਾਂ ਅਣਜਾਣ ਹੈ, ਬੇਸਮਝ ਹੈ। ਇਹਨਾਂ ਨੂੰ ਨਹੀਂ ਪਤਾ ਪ੍ਰਮਾਤਮਾ ਵਾਹਿਗੁਰੂ ਦੇ ਬਾਰੇ, ਨਿਰੰਕਾਰ ਦੇ ਨਾਮ ਬਾਰੇ, ਗੁਰੂ ਨਾਨਕ ਦੇ ਬਾਰੇ। ਤਿਨ ਕੇ ਭੇਵ ਮੰਦ ਨੈ ਜਾਣਵ। ਅਤੇ ਗੁਰੂ ਨਾਨਕ ਦੇ ਭੇਦ ਹੈ ਨਾ ਜਿਹੜੇ, ਭਾਵ ਗੁਰੂ ਨਾਨਕ ਦਾ ਪ੍ਰਤਾਪ ਹੈ, ਮੰਦੀ ਮਤ ਵਾਲੇ ਨਹੀਂ ਜਾਣਦੇ। ਇਸ ਪ੍ਰਕਾਰ ਕਹਿ ਬੋ ਸਮਝਾਵੇ। ਇਸ ਤਰ੍ਹਾਂ ਕਹਿ ਕਰਕੇ ਭੈਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਭੈਣ ਨਾਨਕੀ ਆਪਣੇ ਪਤੀ ਜੈ ਰਾਮ ਨੂੰ ਬੜਾ ਸਮਝਾਉਂਦੀ ਹੈ। ਤਦਪ ਜੈ ਰਾਮ ਨ ਚਿੰਤਾ ਜਾਵੇ। ਪਰ ਕਹਿੰਦੇ ਸਮਝਾਇਆ ਤਾਂ ਕਵੀ ਜੀ ਕਹਿੰਦੇ ਬੜਾ ਸਮਝਾਇਆ, ਪਰ ਫਿਰ ਵੀ ਜੈ ਰਾਮ ਦੇ ਮਨ ਦੇ ਵਿੱਚ, ਹਿਰਦੇ ਅੰਦਰ ਜਿਹੜੀ ਚਿੰਤਾ ਵੜੀ ਹੋਈ ਸੀ ਉਹ ਨਹੀਂ ਜਾ ਰਹੀ। ਮਨ ਮੈਂ ਬਸੀ ਪਿਸ਼ਨ ਕੀ ਬਾਨੀ। ਹੁਣ ਮਨ ਦੇ ਅੰਦਰ ਜਿਹੜੇ ਪਿਸਨ ਨਾਮ ਕਹਿੰਦੇ ਚੁਗਲਾ ਨੂੰ, ਜਿਹੜੀ ਚੁਗਲੀ ਕਰਕੇ ਤੇ ਗਾਹਾਂ ਲੰਘ ਜਾਂਦੇ ਆ। ਕਹਿੰਦੇ ਜਿਹੜੀ ਚੁਗਲੀ ਸੀ ਨਾ, ਜਿਹੜੀ ਕੀਤੀ ਸੀ, ਉਹਨਾਂ ਦੀ ਬਾਣੀ, ਉਹਨਾਂ ਦੇ ਬਚਨ, ਇਹ ਚਿੰਤਾ ਦੇ ਵਿੱਚ ਗਲਤਾਨ ਰਹਿੰਦਾ ਤੇ ਉਹਨਾਂ ਦੀ ਚੁਗਲੀ ਕੀਤੀ ਹੋਈ ਉਸ ਦੇ ਵਿੱਚ ਲਿਵਲੀਨ ਰਹਿ ਰਿਹਾ ਹੈ। ਬਿਨ ਸਤ ਦੇਖੇ ਹੋਏ ਨਹਾਨੀ। ਹੁਣ ਜੈ ਰਾਮ ਜਿੰਨਾ ਸਮਾਂ ਸੱਚ ਨਹੀਂ ਨਾ ਦੇਖਦਾ, ਕਿ ਕਹਿੰਦੇ ਕਲਤ ਵੱਲ ਜਿਹੜਾ ਧਨ ਦੌਲਤ ਲੈਣਾ ਬਣਦਾ ਜਾਂ ਦੇਣਾ ਬਣਦਾ, ਉਹਨਾਂ ਸਮਾਂ ਕਹਿੰਦੇ ਚਿੰਤਾ ਕਿਵੇਂ ਜਾਵੇ, ਨਹੀਂ ਜਾ ਸਕਦੀ। ਸ਼੍ਰੀ ਨਾਨਕ ਤਵ ਅੰਤਰ ਜਾਮੀ। ਤੇ ਇੱਧਰ ਭਲੇ ਬੁਰੇ ਕੀ ਪੀਰ ਪਛਾਣਤ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅੰਤਰਜਾਮੀ ਨੇ ਜਦੋਂ ਜਾਣਿਆ। ਲਖ ਲੀਨੀ ਦੂਤ
ਤੂਤਨ ਕੀ ਖਾਮੀ। ਅਤੇ ਮਹਾਰਾਜ ਨੇ ਚੁਗਲਾਂ ਦੀ ਜਿਹੜੀ ਖਾਮੀ ਕੀਤੀ ਸੀ ਨਾ, ਖਟਾਈ ਜੀ ਕੀਤੀ ਸੀ ਚੁਗਲੀ, ਇਹ ਮਹਾਰਾਜ ਨੇ ਸਾਰੀ ਗੱਲ ਜਾਣ ਲਈ ਹੈ। ਪੁਨ ਜੈ ਰਾਮ ਚਿੰਤਾ ਤੁਰ ਚੀਨਾ। ਅਤੇ ਫਿਰ ਭਾਈ ਜੈ ਰਾਮ ਕਹਿੰਦੇ ਚਿੰਤਾ ਦੇ ਵਿੱਚ ਗਲਤਾਨ ਰਹਿੰਦਾ ਹੈ। ਜੈ ਮਨ ਪਿਸ਼ਨਨ ਬਾਨੀ ਪੀਨਾ। ਅਤੇ ਜਿਸ ਦਾ ਕਹਿੰਦੇ ਮਨ ਪਿਛਨਣ ਚੁਗਲਾਂ ਦੀ ਬਾਣੀ ਦੇ ਵਿੱਚ ਹੀ, ਚਿੰਤਾ ਦੇ ਵਿੱਚ, ਚੁਗਲਾਂ ਦੀ ਬਾਣੀ ਦੇ ਵਿੱਚ ਕਹਿੰਦੇ ਐ ਲੀਨ ਰਹਿੰਦਾ ਹੈ, ਭਾਵ ਬਿਰਤੀ ਉਧਰ ਹੀ ਲੱਗੀ ਰਹਿੰਦੀ ਹੈ। ਤਾਂ ਕੀ ਚਿੰਤਾ ਹਤ ਨੇ ਹੇਤਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਭਾਈਆ ਜੈ ਰਾਮ ਦੀ ਚਿੰਤਾ ਹਤਨੇ ਨਾਸ ਕਰਨੇ ਵਾਸਤੇ ਗਮਨੇ ਸ਼੍ਰੀ ਬੇਦੀ ਕੁਲ ਕੇਤਾ। ਬੇਦੀ ਕੁਲ ਦੇ ਧੁਜਾ ਰੂਪ ਗੁਰੂ ਨਾਨਕ ਦੇ ਮਹਾਰਾਜ ਮੋਦੀ ਦੀ ਕਾਰ ਚਲਾ ਰਹੇ ਐ। ਕਾਰ ਭਾਵ ਕੀ ਦੁਕਾਨ ਬੰਦ ਕਰਕੇ ਤੇ ਘਰ ਨੂੰ ਤੁਰ ਪਏ ਐ। ਸਦਨ ਜਾਏ ਸਾਦਰ ਦੁਖ ਕਦਨਾ। ਅਤੇ ਆਪਣੇ ਘਰ ਦੇ ਵਿੱਚ ਗਏ ਐ। ਦੁੱਖ ਕਦਨਾ, ਦੁੱਖਾਂ ਦੇ ਕਦਨਾ ਕੱਟਣ ਵਾਲੇ ਗੁਰੂ ਨਾਨਕ ਦੇ ਮਹਾਰਾਜ ਬੜੇ ਆਦਰ ਤੇ ਸਤਿਕਾਰ ਦੇ ਨਾਲ ਵੈਸੇ ਮੰਚ ਪਰ ਪੰਕਜ ਬਦਨਾ। ਕਹਿੰਦੇ ਐ ਜਿਹੜਾ ਬਦਨਾ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕੰਵਲ ਵਰਗੇ ਮੁਖ ਵਾਲੇ ਸਤਿਗੁਰੂ ਜੀ ਪੰਕਜ ਗਰੀਬ ਨਵਾਜ ਮੰਚ ਪਰ ਬੈਠੇ ਐ, ਭਾਵ ਪਲੰਗ ਤੇ ਸਜੇ ਹਨ। ਮధుਰ ਮ੍ਰਿਦੁਲ ਬੋਲੇ ਮੁਖ ਬਾਨੀ। ਅਤੇ ਆਪਣੀ ਭੈਣ ਨਾਨਕੀ ਦੇ ਨਾਲ ਭਾਈਆ ਜੈ ਰਾਮ ਦੇ ਨਾਲ ਬੜੇ ਹੀ ਮੁਖ ਤੋਂ ਮ੍ਰਿਦਲ ਕੋਮਲ ਬਚਨ ਬੋਲਣ ਲੱਗੇ। ਜਨ ਚਿੰਤਾ ਰੁਜ ਚੂਰਨ ਸਾਨੀ। ਕਹਿੰਦੇ ਮਾਨੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਐਸੇ ਬਚਨ ਕੀਤੇ ਕਿ ਜਿਵੇਂ ਚਿੰਤਾ ਰੂਪੀ ਕਿਸੇ ਨੂੰ ਦੁੱਖ ਲੱਗਿਆ ਹੋਵੇ ਤੇ ਉਹ ਦੁੱਖ ਨੂੰ ਨਾਸ ਕਰਨ ਵਾਸਤੇ ਮਹਾਰਾਜ ਜੀ ਦੇ ਜਿਹੜੇ ਬਚਨ ਚੂਰਨ ਦੇ ਵਾਂਗ ਸਨ। ਭਾਵ ਚਿੰਤਾ ਰੂਪੀ ਦੁੱਖ ਨੂੰ ਚੂਰਨ ਦੇ ਵਾਂਗ ਸੱਚੇ ਪਾਤਸ਼ਾਹ ਮਹਾਰਾਜ ਨੇ ਦੂਰ ਕਰ ਦਿੱਤਾ। ਜੀਜਾ ਜੀ ਲੇਖਾ ਕਰਵਾਈਏ। ਅਤੇ ਬਣਾ ਸਵਾਰ ਕੇ ਪਤਾ ਵੀ ਨਾ ਲੱਗੇ ਕਿ ਮੈਨੂੰ ਪਤਾ ਲੱਗ ਗਿਆ ਕਿ ਮੈਂ ਅੰਤਰਜਾਮੀ ਆਪਣਾ ਲੁਕੋ ਲਿਆ। ਕਹਿੰਦੇ ਜੀਜਾ ਜੀ, ਭਾਈਆ ਜੀ, ਮੇਰੇ ਮਨ ਦੇ ਵਿੱਚ ਆਉਂਦਾ ਹੈ ਕਿ ਬੜਾ ਸਮਾਂ ਹੋ ਗਿਆ, ਹੁਣ ਆਪਾਂ ਲੇਖਾ ਜੋਖਾ ਕਰਵਾ ਲਈਏ। ਸਭੇ ਹਿਸਾਬ ਨਿਵਾਬ ਦਿਵਾਈਏ। ਕਿਹਾ ਨਵਾਬ ਨੂੰ ਸਾਰਾ ਹਿਸਾਬ ਕਿਤਾਬ ਦਵਾ ਦਈਏ। ਜਿਹੜਾ ਸਾਡੇ ਕੰਨੀ ਕੁਝ ਲੈਣਾ ਹੈ ਆਪਾਂ ਲੈ ਲਈਏ, ਜਾਂ ਉਧਰ ਕੁਝ ਦੇਣਾ ਹੈ, ਸਾਰਾ ਹਿਸਾਬ ਕਿਤਾਬ ਕਰਵਾ ਲਈਏ। ਬੀਤੇ ਬੋ ਬਾਸੁਰ ਬਿਨ ਲੇਖੇ। ਆ ਦੇਖੋ ਭਾਈਆ ਜੀ, ਦੇਖੋ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਹਿਸਾਬ ਕਿਤਾਬ ਕੀਤਿਆਂ ਨੂੰ। ਬੀਤੇ ਬਾਸੁਰ ਕਹਿੰਦੇ ਬੜਾ ਸਾਲ ਹੋ ਗਿਆ, ਬੜੇ ਦਿਨ ਹੋ ਚੁੱਕੇ ਐ। ਕਰਵਾਵੋ ਨਿਕਸੇ ਕਛ ਸ਼ੇਖੇ। ਅਤੇ ਕਹਿੰਦੇ ਹਿਸਾਬ ਕਿਤਾਬ ਕਰਾਓ, ਜਿਹੜਾ ਸਾਡਾ ਲੈਣਾ ਬਾਕੀ ਹੈ। ਸੇਖੇ ਨਾਮ ਬਾਕੀ ਦਾ ਹੁੰਦਾ ਕਿ ਸਾਡਾ ਜਿਹੜਾ ਲੈਣਾ ਦੇਣਾ ਬਾਕੀ ਹੈ ਉਹ ਸਾਡੇ ਕੋਲੇ ਆਵੇ। ਸੁਨ ਜੈ ਰਾਮ ਹਿਰਦੇ ਹਰ ਖਾਇਓ। ਅਤੇ ਭਾਈਆ ਜੈ ਰਾਮ ਤਾਂ ਪਹਿਲਾਂ ਹੀ ਚਿੰਤਾ ਦੇ ਵਿੱਚ ਗਲਤਾਨ ਸੀ। ਉਹਨੂੰ ਤਾਂ ਪਹਿਲਾਂ ਹੀ ਚਿੰਤਾ ਸੀ ਕਿ ਪਤਾ ਨਹੀਂ ਕੀ ਬਣੂਗਾ, ਮੈਨੂੰ ਕਿਤੇ ਪਕੜ ਕੇ ਜੇਲ੍ਹ ਦੇ ਵਿੱਚ ਨਾ ਕਰ ਲੈਣ। ਇਸ ਕਰਕੇ ਜਦੋਂ ਭਾਈਆ ਜੈ ਰਾਮ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨ ਸੁਣੇ, ਬੜਾ ਖੁਸ਼ ਹੋਇਆ। ਜਨ ਸ਼ਰਦਾ ਧਨ ਖੋਇਓ ਪਾਇਓ। ਅਤੇ ਮਾਨੋ ਕਹਿੰਦੇ ਜਿਵੇਂ ਕੋਈ ਸ਼ਰਧਾ ਰੂਪੀ ਧਨ ਖੋਇਆ ਹੋਇਆ ਕਹਿੰਦੇ ਪਾਇਓ ਮਿਲ ਜਾਵੇ। ਕਿਸੇ ਜਿਹੜਾ ਧਨੀ ਪੁਰਸ਼ ਦਾ ਧਨ ਖੋਇਆ ਜਾਵੇ, ਥੋੜੇ ਸਮੇਂ ਬਾਅਦ ਉਹਨੂੰ ਉਨਾ ਧਨ ਮਿਲ ਜੇ ਵਾਪਸ ਤੇ ਉਹ ਖੁਸ਼ ਹੋ ਜਾਂਦਾ ਹੈ। ਤੇ ਇਹ ਚੁਗਲਾ ਨੇ ਕੀਤੀ ਸੀ ਨਿੰਦਿਆ। ਭਾਈਆ ਜੈ ਰਾਮ ਦਾ ਸ਼ਰਧਾ ਰੂਪੀ ਧਨ ਖੋ ਕੇ ਲੈ ਗਏ ਸੀ। ਮਹਾਰਾਜ ਤੋਂ ਸ਼ਰਧਾ ਉੱਠ ਗਈ ਸੀ ਤੇ ਮਹਾਰਾਜ ਨੇ ਬਚਨ ਕੀਤੇ ਕਿ ਭਾਈਆ ਜੀ ਆਓ ਹਿਸਾਬ ਕਿਤਾਬ ਕਰੀਏ। ਤੇ ਮਾਨੋ ਕਹਿੰਦੇ ਸ਼ਰਧਾ ਰੂਪੀ ਧਨ ਹੀ ਵਾਪਸ ਪਾ ਲਿਆ। ਹੋਤੀ ਚਿੰਤ ਜਾਂ ਕੀ ਦਿਨ ਰਾਤੀ। ਅਤੇ ਭਾਈਆ ਜੈ ਰਾਮ ਨੂੰ ਧਨ ਦੌਲਤ ਜੀ ਜਿਹੜੀ ਭਾਈ ਚਿੰਤਾ ਰਾਤ ਦਿਨ ਲੱਗੀ ਰਹਿੰਦੀ ਸੀ। ਅਕਸਮਾਤ ਸੋ ਬਨੀ ਸੁਹਾਤੀ। ਅਤੇ ਅਕਸਮਾਤ ਅਚਾਨਕ ਹੀ ਕਹਿੰਦੇ ਇਹ ਗੱਲ ਆ ਕੇ ਬਣ ਗਈ। ਆ ਕੇ ਅਚਾਨਕ, ਜਿਵੇਂ ਕੋਈ ਅਚਾਨਕ ਆਪਾਂ ਨੂੰ ਕੋਈ ਖੁਸ਼ੀ ਵਾਲੀ ਗੱਲ ਦੱਸ ਦੇ, ਇਸ ਤਰ੍ਹਾਂ ਭਾਈਆ ਜੈ ਰਾਮ ਨੂੰ ਗੁਰੂ ਨਾਨਕ ਦੇ ਮਹਾਰਾਜ ਨੇ ਅਚਾਨਕ ਹੀ ਆ ਕੇ ਬਚਨ ਕੀਤੇ ਐ। ਲੈ ਨਿਦੇਸ਼
ਗਾ ਪਾਸ ਨਰੇਸ਼ਾ। ਉਸ ਵਕਤ ਕਹਿੰਦੇ ਨਿਦੇਸ਼ ਤੋਂ ਜਿਹੜਾ ਨਵਾਬ ਤੋਂ ਨਿਦੇਸ਼ ਆਗਿਆ ਲੈਣ ਵਾਸਤੇ ਭਾਈਆ ਜੈ ਰਾਮ ਜਾਣ ਲੱਗਿਆ ਕੋਸ਼ਿਸ਼ ਪੈਰ ਕੀਏ ਸ਼ੁਭ ਬੇਸਾ। ਅਤੇ ਆਪਣੇ ਤਨ ਦੇ ਉੱਪਰ ਬੜੇ ਹੀ ਸੁੰਦਰ ਪੋਸ਼ਾਕ ਪਹਿਨੀ ਹੈ, ਵਸਤਰ ਬੜੇ ਸੁੰਦਰ ਪਾਏ ਹੈ। ਨਿਕਟ ਬੈਠ ਕੇ ਸੁਨ ਨ੍ਰਿਪ ਨੋਦੀ। ਅਤੇ ਕਹਿੰਦੇ ਐ ਉਸ ਵਕਤ ਜਦੋਂ ਗਿਆ ਭਾਈਆ ਜੈ ਰਾਮ ਨਵਾਬ ਦੇ ਕੋਲੇ ਤੇ ਅਤੇ ਆਖਣ ਲੱਗਾ ਨਿਕਟ ਬੈਠ ਕਹਿ ਸੁਨ ਰਿਪ ਲੋਧੀ, ਕਿਹਾ ਨਵਾਬ ਜੀ ਹੁਣ ਦੂਰ ਨਾ ਜਾਓ, ਮੇਰੇ ਕੋਲੇ ਆਓ ਤੇ ਮੇਰੇ ਕੋਲੇ ਆ ਕੇ ਮੇਰੀ ਗੱਲ ਨੂੰ ਸੁਣੋ, ਮੇਰੇ ਬਚਨ ਸੁਣੋ। ਕਰਿਓ ਹਿਸਾਬ ਚੈਤ ਤੁਮ ਮੋਦੀ। ਕਿ ਜਿਹੜਾ ਤੁਹਾਡਾ ਮੋਦੀ ਹੈ ਨਾਨਕ ਉਹ ਹੁਣ ਹਿਸਾਬ ਕਿਤਾਬ ਕਰਨਾ ਚਾਹੁੰਦਾ ਹੈ। ਕਾਲ ਵਿਸਾਲ ਬਿਤਿਓ ਬਿਨ ਲੇਖੇ। ਨਵਾਬ ਜੀ ਆ ਹਿਸਾਬ ਕਿਤਾਬ ਕੀਤੇ ਨੂੰ ਬਹੁਤਾ ਸਮਾਂ ਜਿਹੜਾ ਹੈ ਹੋ ਚੁੱਕਾ ਹੈ। ਆਮਦ ਖਰਚ ਉਚਿਤ ਅਬ ਦੇਖੇ। ਆ ਦੇਖੀਏ ਕਿ ਆਮਦਨ ਕਿੰਨੀ ਬਣਦੀ ਹੈ, ਖਰਚ ਕਿੰਨਾ ਹੋਇਆ ਹੈ, ਕਿੰਨਾ ਸਾਡੇ ਕੋਲੇ ਅਸੀਂ ਲੈਣਾ ਜਾਂ ਦੇਣਾ ਹੈ। ਪੂਰਬ ਦੌਲਤ ਖਾਂ ਟਿਗ ਦੂਤੀ। ਹੁਣ ਇਧਰ ਭਾਈਆ ਜੈ ਰਾਮ ਦੇ ਕੋਲੇ ਵੀ ਚੁਗਲੀ ਕੀਤੀ ਸੀ। ਕਹਿੰਦੇ ਪੂਰਬ ਜਿਹੜਾ ਨਵਾਬ ਸੀ ਉਹਦੇ ਕੋਲੇ ਵੀ ਪਹਿਲਾਂ ਹੀ ਕੋਈ ਨਾ ਕੋਈ ਆ ਕੇ ਚੁਗਲੀਆਂ ਕਰੀ ਜਾਂਦਾ ਸੀ। ਦੁਸ਼ਟ ਲੋਕ ਮਿਲ ਕਰਤ ਬਹੁਤੀ। ਅਤੇ ਦੁਸ਼ਟ ਲੋਕ ਸਨ ਜਿਹੜੇ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਹਿਲਾਂ ਹੀ ਜਿਹੜੀ ਚੁਗਲੀ ਨਿੰਦਿਆ ਨਵਾਬ ਕੋਲੇ ਕਰਦੇ ਸਨ। ਸਰਬ ਦਰਬ ਕੋ ਖੋ ਕਰ ਨਾਨਕ। ਕੀ ਚੁਗਲੀਆਂ ਕਰਦੇ ਐ ਕਿ ਸਾਰਾ ਦਰਬ ਧਨ ਦੌਲਤ ਨਾਨਕ ਮੋਦੀ ਖੋ ਕੇ ਨਾਸ ਕਰਕੇ। ਹੋਏ ਪਲਾਇਨ ਕਬੇ ਅਚਾਨਕ। ਕਿ ਕਦੇ ਅਚਾਨਕ ਕਦੇ ਨਾ ਕਦੇ ਕਹਿੰਦੇ ਇਹਨੇ ਦੌੜ ਜਾਣਾ, ਪਲਾਇਕ ਦੌੜ ਜਾਣਾ, ਇਹਨੇ ਬਹੁਤਾ ਸਮਾਂ ਖੜਨਾ ਨਹੀਂ ਹੈ। ਸੁਨਤ ਜੈ ਰਾਮ ਬਚਨ ਭੂਪਾਲਾ। ਅਤੇ ਭਾਈਆ ਜੈ ਰਾਮ ਨੇ ਜਦੋਂ ਇਹ ਬਚਨ ਭੁਪਾਲਾ ਭਾਵ ਕਿ ਨਵਾਬ ਦੇ ਸੁਣੇ ਐ। ਬੋਲਿਓ ਸੰਸਾ ਮੁਝੇ ਵਿਸਾਲਾ। ਅਤੇ ਫਿਰ ਨਵਾਬ ਵੀ ਬੋਲਿਆ ਕਿ ਜੈ ਰਾਮ ਜੀ ਮੇਰੇ ਵੀ ਮਨ ਦੇ ਵਿੱਚ ਬਹੁਤ ਸਮੇਂ ਦਾ ਸੰਸਾ ਸੀ, ਬੜੇ ਸਮੇਂ ਦੀ ਸ਼ੰਕਾ ਸੀ। ਲੇਖੇ ਤੇ ਸੋ ਹੋਏ ਬਿਨਾਸ਼ੀ। ਆ ਜਦੋਂ ਹਿਸਾਬ ਕਿਤਾਬ ਹੋਵੇਗਾ, ਲੇਖਾ ਹੋਵੇਗਾ, ਲੇਖਾ ਹੋਣੇ ਕਰਕੇ ਸ਼ੰਕਾ ਦੂਰ ਹੋਵੇਗੀ। ਬੋਲ ਲਿਓ ਤਾਂ ਕੋ ਮਮ ਪਾਸੀ। ਅਤੇ ਹੁਣ ਬਹੁਤਾ ਸਮਾਂ ਨਾ ਲਾਓ, ਮੇਰੇ ਕੋਲੇ ਨਾਨਕ ਮੋਦੀ ਨੂੰ ਲੈ ਕੇ ਆਓ। ਨਿੱਦਾ ਦਿਜ ਜੈ ਰਾਮ ਪਠਾਇਆ। ਅਤੇ ਜਿਹੜਾ ਦਿਜ ਪੰਡਤ ਸੀ ਨਿੱਦਾ ਉਸ ਵਕਤ ਜੈ ਰਾਮ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵੱਲ ਭੇਜਿਆ। ਆ ਨਿੱਦੇ ਜਾਂ ਬਚਨੀ ਅਲਾਇਆ। ਅਤੇ ਨਿੱਦਾ ਹੌਲੀ ਹੌਲੀ ਚੱਲਦਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਾਹਰ ਪੀਰ ਦੇ ਕੋਲੇ ਗਿਆ। ਆਖਣ ਲੱਗਾ ਕਿ ਨਾਨਕ ਆ ਤੈਨੂੰ ਨਵਾਬ ਨੇ ਬੁਲਾਇਆ ਹੈ। ਚਲੋ ਆਪ ਕਰ ਲੀਜੇ ਲੇਖਾ। ਨਿੱਦਾ ਕਹਿੰਦਾ ਮਹਾਰਾਜ ਚਲੋ ਆਪਣਾ ਹਿਸਾਬ ਕਿਤਾਬ ਦਾ ਜਿਹੜਾ ਲੇਖਾ ਹੈ, ਹਿਸਾਬ ਕਿਤਾਬ ਹੈ, ਕਰ ਲੈਣਾ ਕਰੋ। ਨ੍ਰਿਪ ਬੁਲਾਏ ਜੈ ਸਭਾ ਵਿਸ਼ੇਖਾ। ਜਿੱਥੇ ਨਵਾਬ ਦੀ ਸਭਾ ਲੱਗੀ ਹੋਈ ਆ ਉੱਥੇ ਤੁਹਾਨੂੰ ਨਵਾਬ ਬੁਲਾ ਰਿਹਾ ਹੈ। ਕਹਿ ਬਾਲਾ ਸ਼੍ਰੀ ਅੰਗਦ ਪੂਰਨ। ਇੱਧਰ ਭਾਈ ਬਾਲਾ ਜੀ ਪੂਰੇ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਨੂੰ ਕਥਾ ਸੁਣਾ ਰਹੇ ਆ। ਕਹਿੰਦੇ ਐ ਪੂਰੇ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਜੀ ਸੁਣੋ। ਸੁਨੋ ਤਿਆਰ ਪਏ ਤਬ ਤੂਰਨ। ਮਹਾਰਾਜ ਸੁਣਨਾ ਕਰੋ। ਫਿਰ ਛੇਤੀ ਦੇ ਨਾਲ ਪੂਰੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਤਿਆਰ ਬਰ ਤਿਆਰ ਹੋਏ ਐ, ਸਨੱਧ ਬਦ ਸਨੱਧ ਹੋਏ ਹਨ। ਵਹੀ ਵਿਸਾਲ ਦੀਨ ਮੁਝ ਹਾਥਾ। ਮਹਾਰਾਜ ਜਿਹੜੀ ਵਹੀ ਸੀ ਉਸ ਵਕਤ ਮੇਰੇ ਹੱਥ ਦੇ ਵਿੱਚ ਦਿੱਤੀ ਹੈ। ਵਹੀ ਨਾਮ ਜਿੱਥੇ ਹਿਸਾਬ ਕਿਤਾਬ ਲਿਖਿਆ ਜਾਂਦਾ ਹੈ, ਭਾਈ ਬਾਲਾ ਜੀ ਕਹਿੰਦੇ ਮੇਰੇ ਹੱਥ ਵਿੱਚ ਮਹਾਰਾਜ ਨੇ ਪਕੜਾਈ ਹੈ। ਗਮਨ ਕੀਓ ਨ੍ਰਿਪ ਟਿਗ ਜਗਨਾਥਾ। ਜਗਤ ਦੇ ਮਾਲਕ ਗੁਰੂ ਨਾਨਕ ਦੇ ਮਹਾਰਾਜ ਜੀ ਆਪ ਚੱਲੇ। ਮੰਦ ਮੰਦ ਸੁੰਦਰ ਗਤ ਭਾਰੀ। ਅਤੇ ਮਹਾਰਾਜ ਜੀ ਦਾ ਬੜਾ ਸੁੰਦਰ ਸਰੀਰ ਹੈ। ਮੰਦ ਮੰਦ ਬੜੀ ਹੌਲੀ ਹੌਲੀ ਜਾ ਰਹੇ ਹੈ।
ਪਹੁੰਚਤ ਪੇ ਤਬ ਸਭਾ ਮਝਾਰੀ। ਅਤੇ ਮਹਾਰਾਜ ਫਿਰ ਪਹੁੰਚਦੇ ਐ ਜਿੱਥੇ ਨਵਾਬ ਦੀ ਬੜੀ ਭਾਰੀ ਸਭਾ ਲੱਗੀ ਹੋਈ ਸੀ, ਜੁੜੀ ਹੋਈ ਸੀ। ਕਾਜੀ ਖਾਨ ਦੀਵਾਨ ਮੁਲਾਨੇ। ਕਹਿੰਦੇ ਜਿਸ ਸਭਾ ਦੇ ਵਿੱਚ ਕਾਜੀ ਵੀ ਸਨ, ਉਸ ਵਕਤ ਪਠਾਨ ਵੀ ਤੇ ਮੁਲਾਣੇ ਸਨ। ਜੇ ਬੈਸੇ ਨੀਕੇ ਕਰ ਬਾਨੇ। ਕਹਿੰਦੇ ਬੜੇ ਹੀ ਬਾਨੇ ਸੁੰਦਰ ਬਸਤਰ ਜਿਨ੍ਹਾਂ ਨੇ ਪਹਿਨੇ ਹੋਏ ਸਨ, ਉਹ ਵੀ ਬੈਠੇ ਸਨ। ਸਬਨ ਸ਼ਿਰੋਮਨ ਦੌਲਤ ਖਾਨਾ। ਇਹਨਾਂ ਸਭਾ ਦੇ ਵਿੱਚ ਸਾਰਿਆਂ ਦਾ ਜਿਹੜਾ ਸ਼੍ਰੋਮਣੀ ਸੀ ਦੌਲਤ ਖਾਂ। ਸੇਵੈ ਜਾਏ ਸੋ ਭਟ ਬਿਦ ਨਾਨਾ। ਅਤੇ ਜਿਸ ਦੌਲਤ ਖਾਂ ਦੀ ਸੇਵਾ ਦੇ ਵਿੱਚ, ਰਾਖੀ ਦੇ ਵਿੱਚ, ਕਹਿੰਦੇ ਬੜੇ ਹੀ ਜਿਹੜੇ ਮਹਾਨ ਸਨ, ਸੁਭਟ ਸਨ, ਭਾਵ ਕੇ ਸੂਰਮੇ ਖੜੇ ਹੋਏ ਸਨ। ਕਹਾਂ ਹੋਏ ਠਾਂਡੇ ਸੁਖ ਧਾਮਾ। ਅਤੇ ਸੁੱਖਾਂ ਦੇ ਧਾਮ ਘਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਾ ਕੇ ਦੌਲਤ ਖਾਂ ਦੇ ਸਭਾ ਦੇ ਵਿੱਚ ਖੜੇ ਹੋ ਗਏ। ਸ਼੍ਰੀ ਗੁਰਦਿਸ਼ ਨਿਰਪ ਦ੍ਰਿਸ਼ਟ ਬਿਲੋਕੀ। ਉਸ ਵਕਤ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵੱਲ ਨਵਾਬ ਨੇ ਤੱਕਿਆ, ਦੇਖਿਆ। ਜਾਂ ਕੀ ਮਤ ਸ਼ਰਦਾ ਤੇ ਫੋਕੀ। ਕਹਿੰਦੇ ਜਿਸ ਨਵਾਬ ਦੀ ਮਤ ਸ਼ਰਧਾ ਤੋਂ ਫੋਕੀ ਸੀ, ਹੀਣੀ ਸੀ। ਬੂਝਤ ਭਾ ਤੁਮਾਰ ਕੋ ਨਾਮਾ। ਅਤੇ ਪੁੱਛਣ ਲੱਗਿਆ ਨਵਾਬ, ਕਹਿੰਦਾ ਤੇਰਾ ਨਾਮ ਕੀ ਹੈ, ਮੈਨੂੰ ਦੱਸ। ਭਨੀਏ ਪੋ ਮੋਦੀ ਅਬਿਰਾਮਾ। ਕਿ ਐ ਸੁੰਦਰ ਮੋਦੀ, ਮੈਨੂੰ ਦੱਸ ਤੇਰਾ ਨਾਮ ਕੀ ਹੈ। ਕਮਲ ਨੈਣ ਸੁਨ ਗਿਰਾ ਉਚਾਰੀ। ਕਮਲ ਵਰਗੇ ਨੇਤਰ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸੁਭਾਏ ਮਾਨ ਮੁਖ ਤੋਂ ਬਚਨ ਆਖਿਆ। ਆਹੇ ਨਾਮ ਨਾਨਕ ਨਿਰੰਕਾਰੀ। ਕਿ ਮੇਰਾ ਨਾਮ ਨਿਰੰਕਾਰੀ ਹੈ। ਮੈਨੇ ਸਮਝਿਓ ਕਯੋ ਤੁਮਾਰੋ। ਅਤੇ ਫਿਰ ਨਵਾਬ ਆਖਣ ਲੱਗਾ ਕਿ ਤੂੰ ਆਪਣਾ ਨਾਮ ਨਾਨਕ ਨਿਰੰਕਾਰੀ ਆਖਦਾ ਹੈ, ਪਰ ਤੇਰਾ ਕਹਿਆ ਹੋਇਆ ਵਚਨ ਮੈਨੂੰ ਸਮਝ ਨਹੀਂ ਲੱਗੀ ਹੈ, ਮੈਨੂੰ ਨਹੀਂ ਪਤਾ ਲੱਗਿਆ ਕੀ ਆਖ ਰਿਹਾ ਹੈ। ਸੰਗ ਮਾਇਨੇ ਫੇਰ ਉਚਾਰੋ। ਅਤੇ ਸੰਗ ਮਾਇਨੇ ਫਿਰ ਉਚਾਰੋ। ਕਹਿੰਦੇ ਅਰਥਾਂ ਦੇ ਸਮੇਤ ਫਿਰ ਮੈਨੂੰ ਦੱਸਣਾ ਕਰੋ ਕਿ ਜਿਹੜਾ ਤੇਰਾ ਨਾਨਕ ਨਿਰੰਕਾਰੀ ਨਾਮ ਹੈ, ਉਹ ਸਾਰਾ ਮੈਨੂੰ ਅਰਥਾਂ ਦੇ ਸਮੇਤ ਸਮਝਾਓ। ਹੁਣ ਜਿਵੇਂ ਭਾਈਆ ਜੈ ਰਾਮ ਜੀ ਨਵਾਬ ਨੂੰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੇ ਅਰਥ ਉਹ ਸਾਰੇ ਸਮਝਾਉਣਗੇ। ਉਹ ਅੱਗੇ ਜਿਵੇਂ ਕਥਾ ਆਪ ਸੰਗਤ ਗਿਆਨੀ ਜੀ ਕੋਲੋਂ, ਸਤਿਕਾਰਯੋਗ ਗਿਆਨੀ ਜੀ ਕੋਲੋਂ ਸ਼ਰਵਣ ਕਰਦੇ ਹੋ, ਸੋ ਸਾਧ ਸੰਗਤ ਜੀ ਅਗਲੀ ਕਥਾ ਆਪਾਂ ਅਗਲੇ ਦੀਵਾਨਾਂ ਦੇ ਵਿੱਚ ਸ਼ਰਵਣ ਕਰਿਓ। ਬਹੁਤ ਬਹੁਤ ਧੰਨਵਾਦ ਗਿਆਨੀ ਪ੍ਰਿਤਪਾਲ ਜੀ ਹੋਣਾ ਦਾ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਹੋਣਾ ਦਾ, ਅਤੇ ਸਮੂਹ ਸਟਾਫ ਦਾ, ਸਮੂਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜੋ ਦਾਸ ਨੂੰ ਸਮਾਂ ਮਿਲਿਆ ਹਾਜ਼ਰੀ ਭਰਨ ਦਾ। ਗੁਰੂ ਮਹਾਰਾਜ ਜੀ ਕਿਰਪਾ ਕਰਨ। ਆਓ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੇ ਨਾਲ ਜੁੜੀਏ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਾਸੇ। ਹੇ ਪੂਰਨ ਹੈ ਸਰਬ ਮੈਂ ਪੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ। ਹੇ ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਵੇਦ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ। ਹੇ ਸੰਤਹ ਕੈ ਸਦਾ ਸੰਗ ਨਿਧਾਰਾਇਆ।
हे ठाकुर हो दासुरो निर्गुण गुण नहीं ਕੋਏ नानक दिए नाम ਨਾਮਦਾਨ ਰਾਖੋ ਹੀਐ ਪਰੋਏ आए प्रभु शरणागति ਕਿਰਪਾ ਨਿਧ ਦਿਆਲ एक अखर हर मन बसत ਨਾਨਕ ਓਤ ਨਿਹਾਲ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेम दे ਗੁਰਾਰੇ ਉਤਾਰਨਿਆਰ जो शरदा कर सेम दे ਗੁਰਾਰੇ ਉਤਾਰਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।